देखो कोर्ट ਦੇ ਵਿੱਚ ਤਾਂ ਇਹਦੀ ਸਸਟੇਨੇਬਿਲਟੀ ਹੈ ਨਹੀਂ ਗੀ ਕੋਈ ਕਾਨੂੰਨੀ ਇਹਦੀ ਕੋਈ ਹੋਣੀ ਚਾਹੀਦੀ ਕੋਈ ਵਜਨ ਹੋਣਾ ਚਾਹੀਦਾ ਕੋਈ ਬੇਸ ਹੋਣਾ ਚਾਹੀਦਾ ਐਫ ਆਈ ਆਰ ਦਾ ਇਹਦਾ ਕੋਈ ਬੇਸਲੈਸ ਐਫ ਆਈ ਆਰ ਹੈਗੀ ਹੈ ਸਿਰਫ ਓਪੀਨੀਅਨ ਬੇਸ ਤੇ ਕਿ ਫਰਦਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤੇ ਉਹ ਬੈਠ ਕੇ ਜਿਹੜਾ ਹੈਗਾ ਵਾ ਹੁਣ ਡਿਸਕਸ ਕਰਨਗੇ ਡਿਸਕਸ ਕਰਕੇ ਅੱਜ ਕੱਲ੍ਹ ਦੇ ਵਿੱਚ ਰੂਪਰੇਖਾ ਬਣਾਈ ਜਾਊਗੀ ਉਹ ਰੂਪਰੇਖਾ ਦੇ ਅਕੋਰਡਿੰਗ ਜਿਹੜਾ ਹੈਗਾ ਵਾ ਅਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਵਾਲੇ ਸਾਰੇ ਉਹਨੂੰ ਫਿਰ ਐਕਸ਼ਨ ਲਵਾਂਗੇ ਸਰ ਸਿੱਧੂ ਸਾਹਿਬ ਦਾ ਅਸਤੀਫਾ ਤਾਂ ਸਿੰਗਲ ਸੀਗਾ ਇੱਕੋ ਏਜੰਡਾ ਸੀਗਾ ਕਿ ਚੰਨੀ ਕੋਲੋਂ ਉਹਨਾਂ ਨੇ ਬੜੀ ਇਨਵੈਸਟੀਗੇਸ਼ਨ ਕਰਾਈਆਂ ਪਹਿਲੇ ਕੈਪਟਨ ਸਾਹਿਬ ਨੇ ਬਹੁਤ ਇਨਵੈਸਟੀਗੇਸ਼ਨ ਕਰਾਈਆਂ ਕੋਈ ਐਵੀਡੈਂਸ ਨਾ ਆਇਆ ਅਸਤੀਫਾ ਇਸ ਕਰਕੇ ਦਿੱਤਾ ਕਿ ਭਾਈ ਮੈਂ ਤਾਂ ਐਫ ਆਈ ਆਰ ਰਜਿਸਟਰ ਕਰਾਉਣੀ ਆ ਮਜੀਠੀਆ ਸਾਹਿਬ ਦੇ ਇਹਨਾਂ ਨੇ ਸਾਰਾ ਸਿਸਟਮ ਹੀ ਭੰਗ ਕਰਤਾ ਕਾਨੂੰਨ ਦਾ ਇਹਨਾਂ ਨੇ ਸਿੱਧਾ ਡੀਜੀਪੀ ਸਾਹਿਬ ਆਰਡਰ ਕਰ ਰਹੇ ਕਿ ਨਹੀਂ ਜੀ 154 ਥੱਲੇ ਐਫ ਆਈ ਆਰ ਰਜਿਸਟਰ ਕਰ ਦਿਓ ਜੀ ਬੜਾ ਪੋਲੀਟੀਕਲੀ ਮਿਸਯੂਜ਼ ਹੋ ਰਹੀ ਹੈ ਪੁਲਿਸ ਕੋਲ ਸਿੱਧੂ ਸਾਹਿਬ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਸਿੱਧੂ ਸਾਹਿਬ ਕਾਨੂੰਨ ਸਾਰਾ ਇੱਕੋ ਜਿਹਾ ਹੁੰਦਾ ਵਾ ਕੱਲ੍ਹ ਤੁਹਾਡੇ ਲਈ ਵੀ ਉਹੀ ਹੈ ਸਾਡੇ ਲਈ ਵੀ ਉਹੀ ਹੈ ਅਕਾਲੀ ਦਲ ਲਈ ਵੀ ਉਹੀ ਹੈ ਕਿ ਕਾਂਗਰਸ ਲਈ ਵੀ ਉਹੀ ਹੈ ਬੀਜੇਪੀ ਲਈ ਵੀ ਉਹੀ ਆਮ ਆਦਮੀ ਪਾਰਟੀ ਲਈ ਕਾਨੂੰਨ ਤੋਂ ਉੱਤੇ ਕੋਈ ਵੀ ਸਿਆਸਤਦਾਨ ਨਹੀਂ ਹੈ ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਗਪਾਲ ਪੰਜਾਬ ਦੇ ਵਿੱਚ ਇਲੈਕਸ਼ਨਾਂ ਨੂੰ ਕੁਝ ਹੀ ਸਮਾਂ ਬਚਿਆ ਹੈ ਮਹਿਜ 15 ਦਿਨ ਦੇ ਵਿੱਚ ਕੋਡ ਆਫ ਕੰਡਕਟ ਚੋਣ ਜ਼ਾਬਤਾ ਜਿਹੜਾ ਕਿ ਲੱਗਣ ਵਾਲਾ ਹੈ ਚੋਣਾਂ ਨੇੜੇ ਆਉਂਦੀਆਂ ਹੀ ਪੰਜਾਬ ਦੇ ਵਿੱਚ ਜਿਹੜਾ ਕਿ ਨਸ਼ਿਆਂ ਦਾ ਮੁੱਦਾ ਵਾ ਜਾਂ ਨਸ਼ਿਆਂ ਦਾ ਜਿੰਨ ਹੈ ਇੱਕ ਵਾਰ ਫਿਰ ਤੋਂ ਬਾਹਰ ਆ ਗਿਆ ਹੈ ਇਸ ਵਾਰ ਜਿਹੜਾ ਕਿ ਨਸ਼ਿਆਂ ਦਾ ਜਿੰਨ ਹੈ ਉਹ ਬਾਹਰ ਇਲੈਕਸ਼ਨਾਂ ਦੇ ਬਿਲਕੁਲ ਨੇੜੇ ਜਾ ਕੇ ਆਇਆ ਹੈ ਕਾਂਗਰਸ ਸਰਕਾਰ ਦੇ ਵੱਲੋਂ ਅਕਾਲੀ ਦਲ ਦੇ ਵੱਡੇ ਲੀਡਰ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਇੱਕ ਐਫ ਆਈ ਆਰ ਜਿਹੜੀ ਕਿ ਦਰਜ ਕਰ ਲਿੱਤੀ ਜਾਂਦੀ ਹੈ ਸੋ ਦੇਖਣਾ ਹੋਵੇਗਾ ਇਲੈਕਸ਼ਨਾਂ ਤੋਂ ਬਾਅਦ ਇਹ ਐਫ ਆਈ ਆਰ ਦਾ ਕਿੰਨਾ ਕਸਰ ਇਲੈਕਸ਼ਨਾਂ ਤੇ ਪੈਂਦਾ ਹੈ ਤੇ ਜਾਂ ਫਿਰ ਜਿਹੜੀ ਐਫ ਆਈ ਆਰ ਹੈ ਜਦੋਂ ਕੋਰਟ ਦੇ ਵਿੱਚ ਜਾਂਦੇ ਨੇ ਅਕਾਲੀ ਦਲ ਦੇ ਆਗੂ ਤਾਂ ਐਫ ਆਈ ਆਰ ਦਾ ਰਿਜ਼ਲਟ ਕੀ ਨਿਕਲਦਾ ਹੈ ਇਸੇ ਬਾਰੇ ਗੱਲਬਾਤ ਕਰਾਂਗੇ ਅਕਾਲੀ ਦਲ ਦੇ ਲੀਗਲ ਵਿੰਗ ਦੇ ਨੈਸ਼ਨਲ ਪ੍ਰਧਾਨ ਨੇ ਪਰਪਕਾਰ ਸਿੰਘ ਘੁੰਮਲ ਜੀ ਸੀਨੀਅਰ ਵਕੀਲ ਨੇ ਸਾਡੇ ਨਾਲ ਮੌਜੂਦ ਨੇ ਘੁੰਮਲ ਸਾਹਿਬ ਕੀ ਲੱਗਦਾ ਹੈ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਚੁਣਾਵੀ ਸਟੰਟ ਹੈ ਜਾਂ ਫਿਰ ਵਾਕਿਆ ਹੀ ਕਾਰਵਾਈ ਕਰਨ ਤੇ ਉਤਾਰੂ ਹੋ ਗਈ ਹੈ ਕਾਂਗਰਸ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਮੂਵਮੈਂਟ ਦੇ ਉੱਤੇ ਐਫ ਆਈ ਆਰ ਰਜਿਸਟਰ ਹੋਈ ਹੈ ਪਹਿਲਾਂ ਤਾਂ ਲੌਜਿਕ ਹੈ ਉਹ ਐਫ ਆਈ ਆਰ ਰਜਿਸਟਰ ਹੋ ਸਕਦੀ ਸੀ ਸਾਡੇ ਮਾਨਯੋਗ ਐਡਵੋਕੇਟ ਜਨਰਲ ਸਾਹਿਬ ਨੇ ਉਹਨਾਂ ਦਾ ਮੇਬੀ ਆਪਣਾ ਕੋਈ ਹੋ ਸਕਦਾ ਜਿਸ ਕਰਕੇ ਉਹਨਾਂ ਨੂੰ ਓਪੀਨੀਅਨ ਦੇ ਦਿੱਤਾ ਕਿ ਐਫ ਆਈ ਆਰ ਰਜਿਸਟਰ ਕਰਨ ਨੂੰ ਕੋਈ ਬਾਤ ਨਹੀਂ ਹੈ ਇਹ ਗੱਲ ਨੂੰ ਮੈਂ ਵੀ ਮੰਨਦਾ ਕਿ ਇੱਕ ਰਿਟ ਅਗਰ ਪੈਂਡਿੰਗ ਹੈ ਜੋ ਐਫ ਆਈ ਆਰ ਸੈਕਿੰਡ ਕਰਨ 'ਤੇ ਕੋਈ ਬਾਤ ਨਹੀਂ ਹੈਗਾ ਪਰ ਕਿਆ ਸੇਮ ਫੈਕਟਸ ਦੇ ਉੱਤੇ ਜਿੱਥੇ ਆਲਰੇਡੀ ਟਰਾਇਲ ਚੱਲ ਚੁੱਕਾ ਹੈ ਉੱਥੇ ਦੂਜੀ ਐਫ ਆਈ ਆਰ ਰਜਿਸਟਰ ਹੋ ਸਕਦੀ ਹੈ ਓਪੀਨੀਅਨ ਦੇ ਉੱਤੇ ਕਿਆ ਐਫ ਆਈ ਆਰ ਰਜਿਸਟਰ ਹੋ ਸਕਦੀ ਹੈ ਇਹਦੇ ਵਿੱਚ ਐਫ ਆਈ ਆਰ ਜਦੋਂ ਪੜ੍ਹ ਰਿਹਾ ਸੀਗਾ ਤਕਰੀਬਨ 47 ਪੇਜ ਦੀ ਐਫ ਆਈ ਆਰ ਹੈ ਜਿਹਦੇ 'ਚ ਕਿ ਇਹਨਾਂ ਨੇ ਸਿਰਫ ਓਪੀਨੀਅਨ ਲਿਖਿਆ ਏ ਜੀ ਸਾਹਿਬ ਨੇ ਓਪੀਨੀਅਨ ਦਿੱਤਾ ਹੈਗਾ ਮਿਸਟਰ ਹਰਪ੍ਰੀਤ ਸਿੱਧੂ ਜਿਹੜੇ ਹੈਗੇ ਐਡੀਸ਼ਨਲ ਡੀ ਜੀ ਪੀ ਉਹਨਾਂ ਨਾਲ ਆਪਣਾ ਓਪੀਨੀਅਨ ਹੈ ਕਿ ਫਰਦਰ ਇਹਦੇ 'ਚ ਇਨਵੈਸਟੀਗੇਸ਼ਨ ਕੀਤੀ ਜਾਵੇ ਫਰਦਰ ਇਨਵੈਸਟੀਗੇਸ਼ਨ ਦਾ ਮਤਲਬ ਹੁੰਦਾ ਕਿ ਜਿਹੜੀ ਪੁਰਾਣੀ ਐਫ ਆਈ ਆਰ ਰਜਿਸਟਰਡ ਹੈ ਉਹਦੇ ਵਿੱਚ ਹੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਵੇ ਇਸ ਵੇਲੇ ਐਫ ਆਈ ਆਰ ਰਜਿਸਟਰ ਕਰਨ ਦਾ ਜਿਹੜਾ ਮਤਲਬ ਪਹਿਲੇ ਡੀ ਜੀ ਪੀ ਸਾਹਿਬ ਬਦਲੇ ਜਾਂਦੇ ਨੇ ਉਸ ਤੋਂ ਪਹਿਲੇ ਏ ਜੀ ਸਾਹਿਬ ਬਦਲੇ ਜਾਂਦੇ ਆ ਫਿਰ ਮੈਂ ਕਿਹਾ 4-5 ਐਡੀਸ਼ਨਲ ਡੀ ਜੀ ਪੀ ਜਿਹੜੇ ਹੈਗੇ ਨੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਉਹ ਬਦਲੇ ਜਾਂਦੇ ਆ ਇਹ ਸਾਰਾ ਕੁਝ ਤਾਂ ਹੀ ਹੁੰਦਾ ਤਾਂ ਕਿ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਜਾਵੇ ਸਰ ਬਿਕਰਮਜੀਤ ਸਿੰਘ ਮਜੀਠੀਆ ਉੱਤੇ ਬੜਾ ਪੋਲੀਟੀਕਲ ਸਟੰਟ ਰਚੇ ਜਾਂਦੇ ਹੈਗੇ ਆ ਮੈਂ ਤਾਂ ਇਹ ਗੱਲ ਕਹਿੰਦਾ ਕਿ ਕੁਐਸਚਨ ਇਹ ਹੈ ਕਿ ਕਿਆ ਐਫ ਆਈ ਆਰ ਲੀਗਲੀ ਸਸਟੇਨੇਬਲ ਹੈ ਜਦੋਂ ਇੱਕ ਇਸ਼ੂ ਦੇ ਉੱਤੇ ਇੱਕ ਐਫ ਆਈ ਆਰ ਰਜਿਸਟਰ ਹੋ ਗਈ ਉਹ ਐਫ ਆਈ ਆਰ ਦਾ ਟਰਾਇਲ ਚੱਲ ਗਿਆ 6 ਸਾਲ ਟਰਾਇਲ ਚੱਲਦਾ ਰਿਹਾ 7 ਸਾਲ ਚੱਲਦਾ ਰਿਹਾ 7 ਸਾਲ ਦੇ ਵਿੱਚ ਜਿਹੜੀਆਂ ਅੱਜ ਕਹਿੰਦੇ ਨੇ ਕਿ ਕੋ ਅਕਿਊਜ਼ ਜਿਹੜੇ ਹੈਗੇ ਆ ਅਕਿਊਜ਼ਡ ਹੈਗੇ ਆ ਉਹਨਾਂ ਨੇ ਆਪਣੇ ਬਿਆਨਾਂ 'ਚ ਕਿਹਾ ਕਿ ਮਜੀਠੀਆ ਸਾਹਿਬ 5 ਅਕਿਊਜ਼ ਨੇ ਕਿਹਾ ਕਿ ਬਿਆਨਾਂ ਵਿੱਚ ਕਿ ਮਜੀਠੀਆ ਸਾਹਿਬ ਦਾ ਨਾਮ ਲਿਆ ਉਹਨਾਂ ਨੇ ਪਹਿਲੀ ਗੱਲ ਤਾਂ ਸਾਡੇ ਸਾਰਾ ਸਿਸਟਮ ਹੀ ਚੈਲੰਜ ਹੋ ਗਿਆ ਕਿ ਪੁਲਿਸ ਕਸਟਡੀ ਦੇ ਵਿੱਚ ਜਿਹੜੇ ਬਿਆਨ ਦਿੱਤੇ ਗਏ ਹੈ ਉਹਨੂੰ ਕੋਰਟ ਤਾਂ ਮੰਨਦੀ ਨਹੀਂ ਗੀ ਔਰ ਉਦੋਂ ਦਾ ਟਰਾਇਲ ਵੀ ਹੋ ਗਿਆ ਅਤੇ ਅੱਜ ਹੁਣ ਪੁਲਿਸ ਦੁਆਰਾ ਮੰਨਣ ਲੱਗੀ ਹੈ ਸਾਡਾ ਪੋਲੀਟੀਕਲ ਸਿਨੈਰੀਓ ਪੋਲੀਟੀਕਲ ਸਿਸਟਮ ਵਾਲੇ ਸੀ ਐਮ ਸਾਹਿਬ ਕਹਿੰਦੇ ਕਿ ਨਹੀਂ ਤਾਂ ਮੈਂ ਤਾਂ ਜਿਹੜੀ ਪੁਲਿਸ ਦੇ ਵਿੱਚ ਬਿਆਨ ਦਿੱਤੇ ਗਏ ਅਕਿਊਜ਼ ਵੱਲੋਂ ਅਸੀਂ ਉਹ ਮੰਨ ਕੇ ਉਹਨੂੰ ਆਧਾਰ ਬਣਾ ਕੇ ਪਰਚਾ ਦਰਜ ਕਰ ਰਹੇ ਹਾਂ ਇਹ ਇੱਕ ਬਹੁਤ ਹੀ ਮੱਧਭਾਗੀ ਘਟਨਾ ਹੈਗੀ ਹੈ ਜੋ ਮੈਂ ਮੰਨਦਾ ਇੱਕ ਸਾਡੇ ਲੀਗਲ ਸਿਸਟਮ ਦੇ ਉੱਤੇ ਇੱਕ ਸਾਡੇ ਕਾਨੂੰਨੀ ਜਿਹੜਾ ਅਦਾਰਾ ਹੈਗਾ ਉਹ 'ਤੇ ਇੱਕ ਬਲੌਟ ਹੈ ਤੁਹਾਡੇ ਕੋਲ ਪਾਵਰਾਂ ਸੀਗੀਆਂ ਕਿ ਜਦੋਂ ਟਰਾਇਲ ਚੱਲਦਾ ਸੀਗਾ ਭੋਲੇ ਦਾ ਔਲਖ ਦਾ ਚਾਹਲ ਦਾ ਸਾਰਿਆਂ ਦੇ ਟਰਾਇਲ ਚੱਲਦੇ ਸੀਗੇ
ਉਹਦੇ ਵਿੱਚ ਸੈਕਸ਼ਨ 319 ਹੁੰਦਾ CRPC, ਜਿਹਦੇ ਵਿੱਚ ਕਿ ਅਸੀਂ ਕੋਈ ਨਵਾਂ ਦੋਸ਼ੀ ਲਿਆਉਣਾ ਹੋਵੇ ਤਾਂ ਦਰਖਾਸਤ ਦੇ ਕੇ ਉਹਦੇ ਖਿਲਾਫ ਅਗਰ ਕੋਈ ਗਵਾਹੀ ਆਉਂਦੀ ਹੈ ਤਾਂ ਉਹਨੂੰ ਸਮਨ ਕਰ ਸਕਦੇ ਹਾਂ। ਇਸ ਕੇਸ ਦੇ ਵਿੱਚ ਸਾਰਾ ਟਰਾਇਲ ਚੱਲ ਗਿਆ, ਪਰ ਕੋਈ ਸਰਕਾਰ ਵੱਲੋਂ ਦਰਖਾਸਤ ਨਹੀਂ ਆਈ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ ਇੱਥੇ ਸਮਨ ਕੀਤਾ ਜਾਵੇ। ਤੇ ਜਦੋਂ ਹੁਣ ਦਰਖਾਸਤ ਨਹੀਂ ਆਈ ਹੈਗੀ ਤਾਂ ਹੁਣ ਨਵੀਂ FIR ਰਜਿਸਟਰ ਕਰਕੇ ਦੋਸ਼ੀਆਂ ਦੇ ਬਿਆਨਾਂ ਦੇ ਉੱਤੇ, ਜਿਹੜੇ ਕਿ ਆਲਰੇਡੀ ਉਹਨਾਂ ਸਜ਼ਾ ਹੋ ਗਈ ਹੈ, ਉਹਨਾਂ ਦੇ ਬਿਆਨਾਂ ਉੱਤੇ ਇੱਕ ਨਵਾਂ ਪਰਚਾ ਦਰਜ ਕਰਕੇ ਕਿ ਉਹਨਾਂ ਨੇ ਮੰਨਿਆ ਸੀ ਪੁਲਿਸ ਦੇ ਵਿੱਚ, ਪੁਲਿਸ ਰਿਮਾਂਡ 'ਚ ਮੰਨਿਆ ਸੀਗਾ। ਤੇ ਮੇਰਾ ਖਿਆਲ ਇਹ ਤੋਂ ਮਾੜਾ ਜਿਹੜਾ ਹੈਗਾ ਸੋਚ ਜਿਹੜੀ ਹੈਗੀ ਇਹ ਨਹੀਂ ਹੋ ਸਕਦੀ ਪੋਲੀਟੀਕਲ ਸਿਸਟਮ ਦੇ ਵਿੱਚ। ਇਹ ਜਿਹੜੀਆਂ ਹੁਣ ਪੀਂਘਾਂ ਪਾਉਂਦੇ ਪਏ ਨੇ, ਇਹ ਲੱਥਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਨੇ, ਕਿਉਂਕਿ ਇਹ ਪਰਸਨਲ ਚੀਜ਼ ਬਣ ਗਈ ਹੈਗੀ ਹੈ। ਘੁੰਮਣ ਸਾਹਿਬ, ਇਸ ਵੇਲੇ ਸਾਰੇ ਪੰਜਾਬ ਦੀ ਨਿਗਾਹ ਜਿਹੜੀ ਕਿ ਹੁਣ ਟਿਕੀ ਹੋਈ ਹੈ, FIR ਦਰਜ ਤਾਂ ਹੋ ਗਈ ਹੈ, ਲੁੱਕਆਊਟ ਨੋਟਿਸ ਵੀ ਜਾਰੀ ਹੋ ਗਿਆ ਹੈ, ਪਰ ਹੁਣ ਲੋਕਾਂ ਦੇ ਵਿੱਚ ਇੱਕ ਇਹ ਸਵਾਲ ਜ਼ਰੂਰ ਦੇਖਣ ਨੂੰ ਮਿਲਦਾ ਹੈ, ਲੋਕ ਸੋਚ ਰਹੇ ਨੇ ਕਿ ਜਦੋਂ FIR ਕੋਰਟ ਦੇ ਵਿੱਚ ਜਾਏਗੀ ਜਾਂ ਅਕਾਲੀ ਦਲ ਕੋਰਟ ਦੇ ਵਿੱਚ ਜਾਏਗਾ ਤਾਂ ਕੋਰਟ ਦਾ ਕੀ ਰਿਐਕਸ਼ਨ ਹੋਏਗਾ। ਤੇ ਤੁਸੀਂ ਐਡਵੋਕੇਟ ਹੋ, ਤੁਹਾਨੂੰ ਕੀ ਲੱਗਦਾ ਕੋਰਟ ਦਾ ਕੀ ਰਿਐਕਸ਼ਨ ਹੋਊਗਾ? ਦੇਖੋ, ਕੋਰਟ ਦੇ ਵਿੱਚ ਤਾਂ ਇਹਦੀ ਸਸਟੇਨੇਬਿਲਿਟੀ ਹੈ ਨਹੀਂ ਗੀ। ਕੋਈ ਕਾਨੂੰਨੀ ਇਹਦੀ ਕੋਈ ਹੋਣੀ ਚਾਹੀਦੀ, ਕੋਈ ਵਜਨ ਹੋਣਾ ਚਾਹੀਦਾ, ਕੋਈ ਬੇਸ ਹੋਣਾ ਚਾਹੀਦਾ FIR ਦਾ। ਇਹਦਾ ਕੋਈ ਬੇਸਲੈਸ FIR ਹੈਗੀ ਹੈ, ਸਿਰਫ ਓਪੀਨੀਅਨ ਬੇਸ 'ਤੇ ਕਿ ਫਰਦਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਤੁਸੀਂ ਫਰਦਰ ਇਨਵੈਸਟੀਗੇਸ਼ਨ ਕਰੋ, ਪਹਿਲੇ ਪੁਰਾਣੀ FIR ਨੂੰ ਮੋਢ ਰੱਖ ਕੇ ਤੁਸੀਂ ਫਰਦਰ ਇਨਵੈਸਟੀਗੇਸ਼ਨ ਕਰੋ। 2017 ਦੇ ਵਿੱਚ ਤੁਸੀਂ ਓਪੀਨੀਅਨ ਦੇ ਰਹੇ ਹੋ, ਉਹ FIR ਦਾ ਟਰਾਇਲ ਚੱਲ ਗਿਆ, ਟਰਾਇਲ 'ਚ ਦੋਸ਼ੀ ਜਿਹੜੇ ਹੈਗਾ ਸਜ਼ਾ ਹੋ ਗਈ। ਸਜ਼ਾ ਹੋਣ ਤੋਂ ਬਾਅਦ ਨਵੀਂ ਇੱਕ ਹੁਣ FIR ਰਜਿਸਟਰ ਹੋ ਰਹੀ ਹੈਗੀ। ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਇਹਦੀ ਸਸਟੇਨੇਬਿਲਿਟੀ ਨਹੀਂ ਹੈ, ਇਹ ਡਬਲ ਚੌਪਾਰਟੀ ਹੁੰਦੀ ਹੈ। ਪਹਿਲੀ ਵਾਰ ਇੱਕ ਦੋਸ਼ੀ ਹੋ ਗਿਆ, ਉਹ 'ਤੇ ਪਰਚਾ ਦਰਜ ਹੋ ਗਿਆ, ਉਹਨਾਂ ਦਾ ਟਰਾਇਲ ਚੱਲ ਗਿਆ। ਹੁਣ ਸੈਕਿੰਡ FIR ਦਰਜ ਕਰਕੇ ਉੱਤੇ ਟਰਾਇਲ ਚੱਲ ਪੈਣਾ ਹੈਗਾ। ਕਿਆ ਜਿਹੜੀਆਂ ਸਾਡੀਆਂ ਕੋਰਟਸ ਹੈਗੀਆਂ ਨੇ, ਕਿਆ ਜਿਹੜੀ ਸਾਡੀ ਕਾਨੂੰਨੀ ਵਿਵਸਥਾ ਹੈਗੀ ਆ, ਉਹ ਇੰਨੀ ਵਿਹਲੀ ਕਰਤੀ ਇਹਨਾਂ ਨੇ, ਸਰਕਾਰਾਂ ਨੇ। ਕਿਆ ਪੁਲਿਸ ਜਿਹੜੀ ਹੈਗੀ ਹੈ, ਉਹਨਾਂ ਕੋਲ ਡਿਸਟ੍ਰਿਕਟ ਅਟਾਰਨੀਜ਼ ਹੁੰਦੇ ਆ, ਕੋਈ ਹੋਰ ਉਹਦਾ ਓਪੀਨੀਅਨ ਲਿਆ ਇਹਨਾਂ ਨੇ। AG ਸਾਹਿਬ ਤਾਂ ਪੋਲੀਟੀਕਲੀ ਉਹਨਾਂ ਨੋਮੀਨੇਟਡ ਹੈਗੇ ਨੇ, ਉਹਨਾਂ ਨੂੰ ਪੋਲੀਟੀਕਲੀ ਅਪੁਆਇੰਟਡ ਹੈਗੇ ਨੇ, ਇੱਕ ਕੌਂਸਟੀਟਿਊਸ਼ਨਲ ਪੋਸਟ ਦੇ ਉੱਤੇ ਹੈਗੇ, ਜਿਹੜੀ ਕਿ ਬੜੀ ਰਿਸਪੌਂਸਿਬਿਲਿਟੀ ਵਾਲੀ ਪੋਸਟ ਹੁੰਦੀ ਹੈ। ਪਰ ਉਹਨਾਂ ਨੂੰ ਕੀ ਉਹਨਾਂ ਦਾ ਮਨ 'ਚ ਹੈਗਾ, ਕਿਉਂ ਉਹਨਾਂ ਨੇ ਓਪੀਨੀਅਨ ਦਿੱਤਾ, ਦੇਖੋ ਮੈਂ ਉਹਦੇ 'ਤੇ ਨਾ ਕਮੈਂਟ ਨਹੀਂ ਕਰ ਸਕਦਾ ਹੈਗਾ। ਆਈ ਕੈਨੋਟ ਕਮੈਂਟ। ਅਕਾਲੀ ਦਲ ਦੇ ਵੱਲੋਂ ਹੁਣ ਕਿਹੜੀ ਕਾਨੂੰਨੀ ਕਾਰਵਾਈ ਕਿਹੜੀ ਕੀਤੀ ਜਾ ਰਹੀ ਹੈ? ਦੇਖੋ, ਇੱਥੇ ਹੁਣ ਸਾਰਾ ਥਿੰਕ ਟੈਂਕ ਬੈਠਾ ਹੋਇਆ ਵਾ, ਅਤੇ ਉਹ ਬੈਠ ਕੇ ਜਿਹੜਾ ਹੈਗਾ ਵਾ ਹੁਣ ਡਿਸਕਸ ਕਰਨਗੇ। ਡਿਸਕਸ ਕਰਕੇ ਅੱਜ ਕੱਲ੍ਹ ਦੇ ਵਿੱਚ ਰੂਪ ਰੇਖਾ ਬਣਾਈ ਜਾਊਗੀ। ਉਹ ਰੂਪ ਰੇਖਾ ਦੇ ਅਕੋਰਡਿੰਗ ਜਿਹੜਾ ਹੈਗਾ ਵਾ ਅਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਵਾਲੇ ਸਾਰੇ ਉਹਨੂੰ ਫਿਰ ਐਕਸ਼ਨ ਲਵਾਂਗੇ, ਸਾਰਾ ਕੋਰਟ 'ਚ ਜਾਵਾਂਗੇ। ਬਿਕਰਮ ਮਜੀਠੀਆ ਯੂਥ ਦੇ ਵਿੱਚ ਵੱਡਾ ਉਹਨਾਂ ਦਾ ਕੱਦ ਹੈ, ਪੰਜਾਬ ਦੇ ਲੋਕ ਉਹਨਾਂ ਨਾਲ ਜੁੜੇ ਹੋਏ ਨੇ, ਅਕਾਲੀ ਦਲ ਦੇ ਵਿੱਚ ਵੀ ਉਹਨਾਂ ਦਾ ਕੱਦ ਹੈ ਜਿਹੜਾ ਕਿ ਕਾਫੀ ਵੱਡਾ। ਕੀ ਲੱਗਦਾ ਕਿ ਚੁਣਾਵ ਜਿਹੜੇ ਕਿ ਨੇੜੇ ਨੇ, ਨਸ਼ਿਆਂ ਦਾ ਮੁੱਦਾ ਤਾਂ ਹਰ ਵਾਰ ਆਪਾਂ ਦੇਖਦੇ ਆ ਰਹੇ, ਤਕਰੀਬਨ 2-3 ਸਰਕਾਰਾਂ ਬਦਲ ਗਈਆਂ, ਹਰ ਵਾਰ ਨਸ਼ਿਆਂ ਦਾ ਮੁੱਦਾ, ਪਰ ਮੁੱਦਾ ਉੱਥੇ ਦਾ ਉੱਥੇ ਹੀ ਹੈ। ਤੇ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਵੀ ਇਹ ਮੇਰੇ ਅਸਤੀਫੇ ਦਾ ਰਿਜ਼ਲਟ ਹੈ, ਜੇਕਰ ਅਸਤੀਫਾ ਦਿੱਤਾ ਤਾਂ ਅੱਜ ਲੋਕਾਂ ਨੂੰ ਸਮਝ ਆ ਰਿਹਾ ਅਸਤੀਫਾ ਮੈਂ ਕਿਉਂ ਦਿੱਤਾ। ਸਿੱਧੂ ਸਾਹਿਬ ਦਾ ਅਸਤੀਫਾ ਤਾਂ ਸਿੰਗਲ ਸੀਗਾ, ਇੱਕੋ ਏਜੰਡਾ ਸੀਗਾ ਕਿ ਚੰਨੀ ਕੋਲੋਂ ਉਹਨਾਂ ਨੇ ਬੜੀ ਇਨਵੈਸਟੀਗੇਸ਼ਨ ਕਰਾਈਆਂ, ਪਹਿਲੇ ਕੈਪਟਨ ਸਾਹਿਬ ਨੇ ਬਹੁਤ ਇਨਵੈਸਟੀਗੇਸ਼ਨ ਕਰਾਈਆਂ, ਕੋਈ ਐਵੀਡੈਂਸ ਨਾ ਆਇਆ। ਅਸਤੀਫਾ ਇਸ ਕਰਕੇ ਦਿੱਤਾ ਕਿ ਭਾਈ ਮੈਂ ਤਾਂ FIR ਰਜਿਸਟਰ ਕਰਾਉਣੀ ਆ ਮਜੀਠੀਆ ਸਾਹਿਬ ਦੇ ਉੱਤੇ। ਆਹੀ ਅਸਤੀਫੇ ਦਾ ਕਾਰਨ ਸੀਗਾ। ਅਤੇ ਉਸ ਅਸਤੀਫੇ ਦੇ ਵਿੱਚ ਬਾਰ-ਬਾਰ ਜ਼ੋਰ ਲਾ ਕੇ ਆਪਣੇ DGP ਕਰਾ ਕੇ, ਕਦੀ ਤੁਸੀਂ DGP ਵੱਲੋਂ ਸਿੱਧੀ FIR ਹੁੰਦੀ ਦੇਖੀ ਹੈ ਜ਼ਿੰਦਗੀ ਦੇ ਵਿੱਚ? ਮੇਰਾ 30 ਸਾਲ ਦਾ ਕੈਰੀਅਰ ਹੋ ਗਿਆ ਕਾਨੂੰਨ ਦਾ, ਪ੍ਰੈਕਟਿਸ ਦਾ। ਮੈਂ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਵੀ ਰਹਿ ਲਿਆ, ਮੈਂ ਸਾਰਾ ਕੁਝ ਦੇਖ ਚੁੱਕਾ, ਲੇਕਿਨ ਅੱਜ ਤੱਕ ਮੈਂ ਆਹ ਚੀਜ਼ ਨਹੀਂ ਦੇਖੀ ਕਿ DGP ਸਿੱਧਾ ਐਪਲੀਕੇਸ਼ਨ ਦੇ ਵਿੱਚ ਆਰਡਰ ਕਰ ਰਿਹਾ। ਸਾਡੇ ਇੱਕ ਤਰੀਕਾ ਹੁੰਦਾ, ਉਹਨੂੰ ਸੈਕਸ਼ਨ 154 ਕਹਿੰਦੇ ਆ CRPC ਦਾ। ਜੇ ਥੱਲੇ FIR ਰਜਿਸਟਰ ਹੁੰਦੀ ਹੈ, ਉਹ 'ਚ ਪਹਿਲੇ SHO ਨੂੰ ਦਰਖਾਸਤ ਦਿੱਤੀ ਜਾਂਦੀ ਹੈ। SHO ਅਗਰ ਐਕਸ਼ਨ ਨਹੀਂ ਲੈਂਦਾ ਹੈਗਾ ਤਾਂ ਉਹਦੇ ਉੱਪਰ ਜਿਹੜਾ ਸੁਪੀਰੀਅਰ ਅਫਸਰ ਆ ਉਹਨੂੰ ਦਿੱਤੀ ਜਾਂਦੀ ਹੈ। ਜੇ ਸੁਪੀਰੀਅਰ ਅਫਸਰ ਨਹੀਂ ਲੈਂਦਾ ਹੈਗਾ ਤਾਂ ਫਿਰ 156 ਦਿਨ ਆ ਜਾਂਦੀ ਹੈ, ਜੇ ਥੱਲੇ ਕੰਪਲੇਂਟ ਕੀਤੀ ਜਾਂਦੀ ਹੈ ਕੋਰਟ ਨੂੰ। ਫਿਰ ਕੋਰਟ ਉਹਦੀ ਕੌਗਨੀਜੈਂਸ ਲੈਂਦੀ ਹੈ ਕਿ FIR ਰਜਿਸਟਰ ਹੋਣ ਆਰਡਰ ਕਰਨੇ ਕਿ ਨਹੀਂ ਹੋਣੇ। ਇਹਨਾਂ ਨੇ ਸਾਰਾ ਸਿਸਟਮ ਹੀ ਭੰਗ ਕਰਤਾ ਕਾਨੂੰਨ ਦਾ। ਇਹਨਾਂ ਨੇ ਸਿੱਧਾ DGP ਸਾਹਿਬ ਆਰਡਰ ਕਰ ਰਹੇ ਕਿ ਨਹੀਂ ਜੀ 154 ਥੱਲੇ FIR ਰਜਿਸਟਰ ਕਰ ਦਿਓ ਜੀ। ਬੜਾ ਪੋਲੀਟੀਕਲੀ ਮਿਸਯੂਜ਼ ਹੋ ਰਹੀ ਹੈ ਪੁਲਿਸ ਫੋਰਸ। ਜੋ ਮੇਰੀ ਤਾਂ ਇਹੀ ਹੈ ਕਿ ਪੁਲਿਸ ਫੋਰਸ ਨੂੰ ਇਹ ਪੋਲੀਟੀਕਲ ਸਿਸਟਮ 'ਚ ਨਹੀਂ ਆਉਣਾ ਚਾਹੀਦਾ ਹੈਗਾ, ਕਿਉਂਕਿ ਉਹਨਾਂ ਕੋਲ ਡਿਊਟੀਜ਼ ਨੇ। ਲੋਕਾਂ ਕੋਲ ਜਿਵੇਂ ਰਾਈਟ ਹੈਗਾ, ਉਹਨਾਂ ਕੋਲ ਡਿਊਟੀਜ਼ ਹੈ। ਡਿਊਟੀਜ਼ ਹੈਗੀ ਲੋਕਾਂ ਨੂੰ ਪ੍ਰੋਟੈਕਟ ਕਰਨ ਦੀਆਂ, ਲੋਕਾਂ ਦਾ ਉਹਨਾਂ ਦੇ ਲਾਅ ਐਂਡ ਆਰਡਰ ਮੇਨਟੇਨ ਕਰਨ ਦੀਆਂ। ਇਹ ਤਾਂ ਕੋਈ ਪੋਲੀਟੀਕਲ ਉਹਨਾਂ ਦੀ ਡਿਊਟੀ ਨਹੀਂ ਹੈਗੀ ਤੁਸੀਂ FIR ਰਜਿਸਟਰ ਕਰੋ ਪੋਲੀਟੀਕਲ ਬੌਸਿਸ ਦੇ ਕਹਿਣ ਦੇ ਉੱਤੇ। ਸਿੱਧੂ ਸਾਹਿਬ ਕਹਿੰਦੇ ਹੈਗੇ, ਸਿੱਧੂ ਸਾਹਿਬ ਦੇ ਵੈਸਟਡ ਇੰਟਰਸਟ ਹੈਗੇ ਆ ਪੋਲੀਟੀਕਲੀ, ਠੀਕ ਹੈ ਜੀ, ਪਰ ਪੁਲਿਸ ਦੇ ਵੈਸਟਡ ਇੰਟਰਸਟ ਨਹੀਂ ਹੋਣੇ ਚਾਹੀਦੇ।
ਸੋ ਸਿੱਧੂ ਸਾਹਿਬ ਨੇ ਅਗਰ ਕਹਿ ਰਹੇ ਹੈਗੇ ਆ ਤਾਂ ਉਹਨਾਂ ਦੀ ਆਪਣੀ ਹੈਗੀ ਆ, ਉਹਨਾਂ ਨੂੰ ਆਪਣੀ ਸੋਚ ਹੈਗੀ ਹੈ ਕਿ ਮੈਂ ਇਦਾਂ ਕਰਤਾ। ਲੇਕਿਨ ਸਿੱਧੂ ਸਾਹਿਬ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਸਿੱਧੂ ਸਾਹਿਬ, ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੁੰਦਾ ਵਾ। ਕੱਲ ਤੁਹਾਡੇ ਲਈ ਵੀ ਉਹੀ ਹੈ, ਸਾਡੇ ਲਈ ਵੀ ਉਹੀ ਹੈ, ਅਕਾਲੀ ਦਲ ਲਈ ਵੀ ਉਹੀ ਹੈਗੇ, ਕਾਂਗਰਸ ਲਈ ਵੀ ਉਹੀ ਹੈ, ਬੀਜੇਪੀ ਲਈ ਵੀ ਉਹੀ, ਆਮ ਆਦਮੀ ਪਾਰਟੀ ਲਈ। ਕਾਨੂੰਨ ਤੋਂ ਉੱਤੇ ਕੋਈ ਵੀ ਸਿਆਸਤਦਾਨ ਨਹੀਂ ਹੈਗਾ। ਕਾਨੂੰਨ ਦੇ ਦਾਇਰੇ ਦੇ ਵਿੱਚ ਜਿਹੜੇ ਆਪਾਂ ਅੱਜ ਗਲਤ ਕੰਮ ਕਰਦੇ ਹੈਗੇ ਆ, ਕੋਈ ਵੀ ਕਰਦਾ, ਚਾਹੇ ਕੋਈ ਪਾਰਟੀ ਦਾ ਬੰਦਾ ਕਰੇ, ਉਹ ਅਖੀਰ ਦੇ ਵਿੱਚ ਉਹਨੂੰ ਨਕੇਲ ਪੈਣੀ ਆ। ਪਰ ਪੋਲੀਟੀਕਲੀ ਮੋਟੀਵੇਟ ਹੋ ਕੇ ਸਰ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਦੇਖੋ ਬਈ ਮੈਂ ਐਫ ਆਈ ਆਰ ਰਜਿਸਟਰ ਕਰ ਰਿਹਾ ਹੈਗਾ ਅਤੇ ਮੈਂ ਬਹੁਤ ਵੱਡਾ ਬਣ ਗਿਆ, ਇਹਦੇ ਨਾਲ ਵਡਿਆਈ ਨਹੀਂ ਬਣਦੀ ਹੈਗੀ। ਕਿਉਂਕਿ ਜਦੋਂ ਹੁਣ ਇਸ ਜੁਡੀਸ਼ੀਅਲ ਸਕਰੂਟਨੀ ਹੋਣੀ ਹੈ ਇਹਦੀ, ਜਦੋਂ ਹਾਈ ਕੋਰਟ ਦੇ ਵਿੱਚ ਅਸੀਂ ਇਹਦੇ ਜੋ ਵੀ ਅਸੀਂ ਲੈਣਾ ਹੈਗਾ ਵਾ, ਈਦਰ ਵਿਲ ਗੋ ਫॉर ਕੁਐਸ਼ਿੰਗ ਜਾਂ ਅਸੀਂ ਉਹਦੇ ਵਿੱਚ ਬੇਲ ਵਾਸਤੇ ਜਾਵਾਂਗੇ, ਤਾਂ ਸਾਹਮਣੇ ਆ ਜਾਊਗਾ। ਤੁਹਾਡੀ ਟੀਮ ਹੈਗੀ, ਏ ਜੀ ਆਫਿਸ ਦੀ ਪੂਰੀ ਟੀਮ ਹੈ, ਤੁਸੀਂ ਵੀ ਆਪਣੇ ਵੱਲੋਂ ਜ਼ੋਰ ਲਗਾਇਓ, ਅਸੀਂ ਵੀ ਜ਼ੋਰ ਲਗਾਵਾਂਗੇ, ਅਤੇ ਹੁਣ ਜੱਜ ਸਾਹਿਬ ਜਿਹੜੇ ਹੈਗੇ ਆ ਤੋਲਣਗੇ ਆਪਣੇ ਆਪ। ਘੁੰਮਣ ਸਾਹਿਬ, ਤੁਸੀਂ ਕਹਿ ਰਹੇ ਹੋ ਬੇਤੁਕੀ ਜਿਹੜੀ ਕਿ ਐਫ ਆਈ ਆਰ ਦਰਜ ਕੀਤੀ ਗਈ ਹੈ। ਡਿਪਟੀ ਸੀਐਮ ਅਤੇ ਗ੍ਰਹਿ ਮੰਤਰੀ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ, ਉਹ ਕਹਿ ਰਹੇ ਨੇ ਸਾਰੀ ਕਾਰਵਾਈ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੀਤੀ ਜਾ ਰਹੀ ਹੈ, ਇਹਦੇ ਵਿੱਚ ਕੁਝ ਵੀ ਗਲਤ ਨਹੀਂ ਹੋ ਰਿਹਾ, ਨਾ ਹੀ ਕੋਈ ਪਰਸਨਲ ਜਾਣੀ ਕਿ ਖਾਰਖੁੰਦ ਕੱਢੀ ਜਾ ਰਹੀ ਹੈ। ਜੋ ਵੀ ਹੋ ਰਿਹਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੋ ਰਿਹਾ। ਵੇਖੋ, ਕਾਨੂੰਨ ਦੇ ਦਾਇਰੇ ਵਿੱਚ ਜਾਂ ਤਾਂ ਲਿਖਦੇ ਕਿ ਰਿਕਵਰੀ ਹੋਈ ਹੈ ਇਹਦੇ ਕੋਲੋਂ। ਇੱਕ ਕਹਿਣਾ ਕਿ ਫਲਾਣੀ ਜਗ੍ਹਾ 'ਤੇ ਜੀ ਇਹ ਬੰਦੇ ਜਿਹੜੇ ਹੈਗੇ ਆ, ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਪਰ ਧਾਰਾਵਾਂ ਜਿਹੜੀਆਂ ਲਗਾਈਆਂ ਕਾਫੀ ਸੰਗੀਨ ਲਗਾਈਆਂ ਗਈਆਂ ਸੰਗੀਨ ਲਗਾਉਣ ਦਾ ਇਹ ਉੱਥੇ ਧਾਰ ਲੱਗਦੇ ਜਿੱਥੇ ਰਿਕਵਰੀ ਹੋਈ ਹੋਵੇ। ਇਹਦੇ ਕੋਲ ਤਾਂ ਕੋਈ ਰਿਕਵਰੀ ਨਹੀਂ ਹੋਈ ਮਜੀਠੀਆ ਸਾਹਿਬ ਤੋਂ। ਇਹ ਤਾਂ ਉਹ ਹਾਲ ਹੋ ਗਿਆ। ਮੈਨੂੰ ਇੱਕ ਬੜਾ ਪੁਰਾਣਾ ਕੇਸ ਯਾਦ ਹੈ, ਬੜਾ ਰਿਪੋਰਟਡ ਕੇਸ ਹੈ। ਸੰਤ ਜਰਨੈਲ ਸਿੰਘ ਭਿੰਡਾਂ ਵਾਲਿਆਂ ਨੂੰ CIA ਸਟਾਫ ਲੁਧਿਆਣੇ 'ਚ ਲਿਆਏ ਗਏ, ਉਹ ਇੰਟੈਰੋਗੇਟ ਕੀਤਾ ਗਿਆ ਕਿ ਭਾਈ ਦੱਸੋ ਤੁਸੀਂ ਇਹ ਜਿਹੜਾ ਹੈਗਾ ਵੈ ਉੱਥੇ ਦਰਬਾਰ ਸਾਹਿਬ ਬੈਠੇ ਹੋ, ਇੰਨੀ ਤੁਹਾਡੇ ਕੋਲ ਵੈਪਨਸ ਹੈਗੇ ਆ, ਕਿਹਦੇ ਕਹਿਣ 'ਤੇ ਬੈਠੇ ਹੋ? ਅਤੇ ਸੰਤ ਜਰਨੈਲ ਸਿੰਘ ਭਿੰਡਾਂ ਵਾਲੇ ਨੇ ਉਹਨੇ ਗੱਲ ਕਹੀ ਸੀਗੀ, ਕਹਿੰਦਾ ਮੈਂ ਤਾਂ ਇੰਦਰਾ ਗਾਂਧੀ ਦੇ ਕਹਿਣ 'ਤੇ ਬੈਠਾ, ਜਾ ਕੇ ਪੁੱਛ ਲਓ। ਲਿਆ ਕਿਆ ਉਸ ਵੇਲੇ ਦੀ ਪੁਲਿਸ ਨੇ ਇੰਦਰਾ ਗਾਂਧੀ ਨੂੰ ਜਾ ਕੇ ਫੜ ਲਿਆ ਸੀਗਾ? ਦੋਸ਼ੀ ਤਾਂ ਕਹਿਣਗੇ, ਵੱਡੇ ਬੰਦੇ ਦਾ ਨਾਮ ਲੈਣਗੇ, ਦੋਸ਼ੀ ਤਾਂ ਕਹਿਣਗੇ ਸਾਨੂੰ ਬਿਕਰਮ ਮਜੀਠੀਆ ਨੇ ਕਿਹਾ ਸੀਗਾ ਸਾਨੂੰ। ਦੋਸ਼ੀ ਦੇ ਵੱਲੋਂ ਜਦੋਂ ਕਿਹਾ ਗਿਆ ਸੀ 2015 ਦੀ ਸ਼ਾਇਦ ਇਹ ਗੱਲ ਹੈ, ਭੋਲੇ ਦੇ ਵੱਲੋਂ ਮੀਡੀਆ ਸਾਹਮਣੇ ਬਿਆਨ ਦਿੱਤੇ ਗਏ ਸੀ ਪੇਸ਼ੀ ਦੌਰਾਨ ਵੀ ਮੇਰੇ ਪਿੱਛੇ ਬਿਕਰਮ ਮਜੀਠੀਆ ਦਾ ਹੱਥ ਹੈ। ਪਰ ਉਦੋਂ ਸਰਕਾਰ ਅਕਾਲੀ ਦਲ ਸੀ, ਕਾਂਗਰਸ ਕਹਿ ਰਹੀ ਹੈ, ਤਾਂ ਹੀ ਉਦੋਂ ਕਾਰਵਾਈ ਹੋਈ, ਕਈ ਸੀਟਾਂ ਬਦਲ ਗਈਆਂ। ਦੇਖੋ 2015 'ਚ ਅਕਾਲੀ ਦਲ ਸੀ, 2017 ਵਿੱਚ ਤਾਂ ਕਾਂਗਰਸ ਆ ਗਈ ਸੀ। ਬਿਆਨ ਤਾਂ ਨਹੀਂ ਬਦਲੇ, ਬਿਆਨ ਤਾਂ ਪੁਲਿਸ ਕੋਲ ਰਿਕਾਰਡਡ ਸੀਗੇ। 2017 ਦੇ ਵਿੱਚ ਜਦੋਂ ਟਰਾਇਲ ਚੱਲਦਾ ਸੀਗਾ, ਉਹ ਬਿਆਨਾਂ ਦੇ ਬੇਸ 'ਤੇ 319 ਦੇ ਦਰਖਾਸਤ ਕਿਉਂ ਨਹੀਂ ਦਿੱਤੀ? 319 CRPC ਕੀ ਹੁੰਦੀ ਹੈ ਕਿ ਜੇ ਮੁੱਖ ਮੰਤਰੀ ਬਣੇ ਕੈਪਟਨ ਸਾਹਿਬ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਸਾਰੀ ਇਹੀ ਕਹਿ ਰਹੀ ਹੈ ਵੀ 75-25 ਦਾ ਜਿਹੜਾ ਕਿ ਇਹਨਾਂ ਦਾ ਸਿਸਟਮ ਹੈ ਚੱਲਦਾ ਆ ਰਿਹਾ। ਕੈਪਟਨ ਸਾਹਿਬ ਤੇ ਬਾਦਲ ਇੱਕੋ ਹੀ ਚੀਜ਼ ਨੇ, ਵੀ ਕੈਪਟਨ ਵੱਲੋਂ ਹੀ ਕਾਰਵਾਈ ਨਹੀਂ ਕੀਤੀ ਗਈ। ਅੱਜ ਕੈਪਟਨ ਲੱਥੇ ਨੇ ਤਾਂ ਹੀ ਕਾਂਗਰਸ ਵੱਲੋਂ ਕਾਰਵਾਈ ਉਹ ਕੀਤੀ ਗਈ ਹੈ। ਦੇਖੋ ਹੁਣ ਹਰ ਗੱਲ ਦਾ ਤਾਂ ਕੋਈ ਮੈਂ ਹੱਲ ਕਹਿ ਨਹੀਂ ਸਕਦਾ। ਹੁਣ ਕੈਪਟਨ ਸਾਹਿਬ ਵੇਲੇ ਕੈਬਨਿਟ ਮੰਤਰੀ ਸੀ ਮੇਰਾ ਖਿਆਲ ਸਿੱਧੂ ਸਾਹਿਬ, ਉਸ ਤੋਂ ਬਾਅਦ ਸਿੱਧੂ ਸਾਹਿਬ ਨੂੰ ਪਹਿਲੇ ਆਪਣਾ ਬਣਾਇਆ ਗਿਆ ਲੋਕਲ ਬਾਡੀ ਦਾ, ਬਾਅਦ 'ਚ ਇਹਨਾਂ ਨੂੰ ਪਾਵਰ ਮਿਨਿਸਟਰੀ ਦਿੱਤੀ ਗਈ। ਪਾਵਰ ਮਿਨਿਸਟਰੀ ਜੁਆਇਨ ਨਹੀਂ ਕੀਤੀ। ਜੁਆਇਨ ਕਰਨ ਤੋਂ ਬਾਅਦ ਕਹਿੰਦੇ ਕਿ ਮੈਂ ਤਾਂ 2 ਰੁਪਏ ਯੂਨਿਟ, 3 ਰੁਪਏ ਯੂਨਿਟ, 5 ਰੁਪਏ ਯੂਨਿਟ ਦੇਵਾਂਗਾ। ਉਹ ਭਾਈ ਸਿਆਣਿਓ, ਤੁਹਾਨੂੰ ਪਾਵਰ ਮਿਨਿਸਟਰੀ ਦਿੱਤੀ ਸੀ, ਪਾਵਰ ਮਿਨਿਸਟਰੀ ਦੇ ਵਿੱਚ ਰਹਿ ਕੇ PSPCL ਨੂੰ ਕਹਿ ਕੇ ਰੇਟ ਘਟਾ ਦਿੰਦੇ। ਹੁਣ ਕਹਿੰਦੇ ਚਲੋ ਠੀਕ ਆ, ਆਪਾਂ ਅੱਜ ਦੇ ਮਸਲੇ ਦੀ ਗੱਲ ਕਰੀਏ। ਗੱਲ ਕਰ ਲੱਗਾ, ਮੇਰੀ ਗੱਲ ਪੂਰੀ ਸੁਣੋ, ਗੱਲ ਨੂੰ ਮੈਂ ਲਿੰਕ ਕਰ ਰਿਹਾ। ਇਹ ਗੱਲ ਨੂੰ ਇਹ ਨਾ ਲਓ, ਤੁਸੀਂ ਕੱਟੋ ਨਾ ਗੱਲ ਨੂੰ ਕਿ ਭਾਈ ਉਹਨਾਂ ਨੇ ਇਹ ਕਹਿ ਰਿਹਾ ਉਹ ਕਹਿ ਰਿਹਾ। ਲਓ ਲਿਸਨ ਟੂ ਮੀ ਆਲਸੋ, ਸੁਣੋ ਸਾਡੀ ਗੱਲ। ਆਪਾਂ ਜੋ ਲੋਕਾਂ ਦੀ ਆਵਾਜ਼ ਬਣਦੇ ਆ, ਮੀਡੀਆ ਲੋਕਾਂ ਦੀ ਆਵਾਜ਼ ਆ, ਲੋਕਾਂ ਦਾ ਸੱਚੀ ਆਵਾਜ਼ ਜਾਣੀ ਚਾਹੀਦੀ ਹੈਗੀ ਆ। ਜਦੋਂ ਇਹ ਗੱਲ ਕਹਿੰਦੇ ਆ ਕਿ ਹੁਣ ਕੈਪਟਨ ਸਾਹਿਬ ਜਿਹੜੇ ਹੈਗੇ ਆ ਉਹ ਉਹਦੇ ਨਾਲ ਰਲੇ ਹੋਏ ਸੀਗੇ, ਕਿਆ 2017 'ਚ ਇਹਨਾਂ ਨੇ ਗੱਲ ਕਹੀ ਸੀ ਕੈਪਟਨ ਸਾਹਿਬ ਨਾਲ ਰਲੇ ਆ? ਇਹ ਤਾਂ ਉਦੋਂ ਕਹਿਣੀ ਸ਼ੁਰੂ ਕੀਤੀ ਜਦੋਂ ਇਹਨਾਂ ਨੂੰ ਉੱਥੋਂ ਮਿਨਿਸਟਰੀ 'ਚੋਂ ਬਦਲ ਕੇ ਪਾਵਰ ਮਿਨਿਸਟਰੀ ਦਿੱਤੀ ਹੈ। ਇਹਨਾਂ ਨੇ ਪਾਵਰ ਮਿਨਿਸਟਰੀ ਜੁਆਇਨ ਨਾ ਕੀਤੀ, ਉਦੋਂ ਉਹਨਾਂ ਨੇ ਕਹਿ ਤਾ ਦੇਖੋ ਜੀ ਕੈਪਟਨ ਦਾ ਬਾਦਲ ਸਾਹਿਬ ਨਾਲ ਰਲ ਗਿਆ ਜਾ ਕੇ। ਜਦੋਂ ਇਹ ਨਾਲ ਸੀ ਕੈਬਨਿਟ ਮੰਤਰੀ ਵੇ ਸੀਗੇ, ਉਦੋਂ ਕਿਹਾ ਇਹਨਾਂ ਨੇ ਉੱਥੇ ਜਿਹੜਾ ਹੈਗਾ ਅਸੈਂਬਲੀ ਦੇ ਵਿੱਚ ਕੁਐਸਚਨਿੰਗ ਕੀਤੀ। ਉਸ ਵੇਲੇ ਕੁਐਸਚਨ ਆਵਰ ਹੁੰਦਾ, ਕੁਐਸਚਨ ਆਵਰ ਦੇ ਵਿੱਚ ਕਿਆ ਕੁਐਸਚਨ ਕੀਤਾ? ਇੱਕ ਪੋਲੀਟੀਕਲ ਸਟੇਟਮੈਂਟਸ ਹੁੰਦੀਆਂ ਨੇ। ਅੱਜ ਕਿਉਂ ਇਲੈਕਸ਼ਨ ਸਿਰ 'ਤੇ ਹੈਗੀ, ਉਹਦੀ ਮਾਈਲੇਜ ਲੈਣ ਵਾਸਤੇ ਇਹਨਾਂ ਨੇ ਇੱਕ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਇਹ ਬਿਆਨਬਾਜ਼ੀ ਕਰ ਰਹੇ ਹੈਗੇ ਆ। ਇਹ ਬੇਸਿਕਲੀ ਹੁਣ ਆਪਾਂ ਗੱਲ ਕਰਦੇ ਹਾਂ, ਚਲੋ ਹੁਣ ਮੈਂ ਦੂਜੇ ਪਾਸੇ ਲੈ ਚੱਲਦਾ, ਸਿੱਧੂ ਸਾਹਿਬ ਦੀ ਗਲਤੀ ਆ ਜਾਂਦੇ ਹਾਂ। ਸਿੱਧੂ ਸਾਹਿਬ ਨੇ 2017 ਡਰਾਮੇਬਾਜ਼ੀ ਕੀਤੀ, ਕੈਪਟਨ ਸਾਹਿਬ ਨੇ ਡਰਾਮੇਬਾਜ਼ੀ ਕੀਤੀ। ਗੁਰੂ ਸਾਹਿਬ ਦਾ ਇੱਕ ਅੰਗ ਨੂੰ ਹੱਥ 'ਚ ਲੈ ਕੇ, ਜਿਹਨੂੰ ਗੁਟਕਾ ਸਾਹਿਬ ਕਹਿੰਦੇ ਆ, ਬੇਸਿਕਲੀ ਉਹਨੂੰ ਗੁਰੂ ਸਾਹਿਬ ਦਾ ਅੰਗ ਹੁੰਦਾ ਵਾ। ਇਹ ਗੁਟਕਾ ਕਰੀ ਜਾਂਦੇ ਸਿੱਧੂ ਸਾਹਿਬ, ਗੁਟਕਾ ਸਾਹਿਬ ਨਹੀਂ, ਗੁਰੂ ਸਾਹਿਬ ਦੇ ਅੰਗ ਹੁੰਦੇ ਆ।
ਗੁਰੂ ਸਾਹਿਬ ਦੇ ਅੰਗ ਨੂੰ ਹੱਥ 'ਚ ਲੈ ਕੇ ਕਸਮ ਖਾਧੀ ਕਿ ਮੈਂ ਭਾਈ ਜਿਹੜੇ ਬੇਅਦਬੀ ਦੇ ਦੋਸ਼ੀ ਆ ਉਹਨਾਂ ਨੂੰ ਫੜ ਲੂੰਗਾ। ਹੁਣ ਉਸ ਤੋਂ ਬਾਅਦ ਬੇਅਦਬੀਆਂ ਤਾਂ ਕੈਪਟਨ ਸਾਹਿਬ ਵਾਲੇ ਵੀ ਹੋ ਗਈਆਂ, ਤਾਂ ਹੁਣ ਵੀ ਹੋ ਗਈਆਂ ਚੰਨੀ ਸਾਹਿਬ ਵਾਲੇ ਨਾ। ਹੁਣ ਵੀ ਤੁਸੀਂ ਕਹਿੰਦੇ ਹੋ ਕਿ ਬਾਦਲ ਸਾਹਿਬ ਕਰਵਾ ਰਹੇ ਆ। ਸੋ ਸਿੱਧੂ ਸਾਹਿਬ ਦਾ ਹਾਲ ਆ। ਹੁਣ ਸਿੱਧੂ ਸਾਹਿਬ ਨੂੰ ਮੈਂ ਪੁੱਛਦਾ, ਜਿਹੜੇ ਹੁਣ ਬੇਅਦਬੀਆਂ ਹੋਈਆਂ ਨੇ ਸਿੱਧੂ ਸਾਹਿਬ, ਆਮ ਹੁਣ ਚਰਚਾ ਹੈ ਕਿ ਇਹ ਪਾਕਿਸਤਾਨ ਤੋਂ ਬੰਦਿਆਂ ਨੇ ਆ ਕੀਤੀਆਂ। ਆਮ ਚਰਚਾ ਲੋਕਾਂ ਦੇ ਵਿੱਚ ਖੁੰਡ ਚਰਚਾ ਚੱਲਦੀ ਹੈ, ਅਤੇ ਪਾਕਿਸਤਾਨ ਨਾਲ ਤਾਂ ਤੁਹਾਡੀ ਯਾਰੀ ਹੈ। ਪਾਕਿਸਤਾਨ ਦੇ ਜਿਹੜੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਸਾਹਿਬ ਨੇ, ਵਜ਼ੀਰ ਆਲਾ, ਉੱਥੋਂ ਜਿਹੜੇ ਆਰਮੀ ਜਨਰਲ ਨੇ, ਉਹ ਤਾਂ ਥਾਣਾ ਜਫੀਆ ਪਾਉਂਦੇ ਆ। ਅਤੇ ਅੱਜ ਮੈਂ ਕੁਐਸਚਨ ਰੇਜ਼ ਕਰਾਂ ਕਿ ਸਿੱਧੂ ਸਾਹਿਬ ਇਹਦਾ ਮਤਲਬ ਤੁਸੀਂ ਕਰਵਾ ਰਹੇ ਹੋ ਸਾਰਾ? ਪਰ ਨਸ਼ਾ ਤਾਂ ਅੱਜ ਵੀ ਉਸੇ ਤਰ੍ਹਾਂ ਹੀ ਵਿਕ ਰਿਹਾ ਨਾ ਜਿਸ ਤਰੀਕੇ ਨਾਲ ਪਹਿਲਾਂ ਸੀ, ਅੱਗੇ ਨਾਲੋਂ ਵਧੀਆ ਹੀ ਹੋਊਗਾ, ਘਟਿਆ ਨਹੀਂ ਹੋਣਾ। ਮੈਂ ਇਸੇ ਗੱਲ 'ਤੇ ਤਾਂ ਮੈਂ ਆ ਰਿਹਾ, ਕਿਆ ਹੁਣ ਸਿੱਧੂ ਸਾਹਿਬ ਨਸ਼ਾ ਵਿਕਵਾ ਰਹੇ ਆ? ਕੁਐਸਚਨ ਤਾਂ ਇੱਦਾਂ ਹੀ ਸਿੰਪਲ ਹੈ। ਨਸ਼ਾ ਇੱਕ ਗਲੋਬਲ ਪ੍ਰੋਬਲਮ ਹੈ, ਇਹਨੂੰ ਪਾਰਟੀਆਂ ਨੂੰ ਰਲ ਕੇ ਇਹਦਾ ਹੱਲ ਕਰਨਾ ਚਾਹੀਦਾ ਹੈਗਾ, ਨਾ ਕਿ ਇੱਕ ਦੂਜੇ 'ਤੇ ਲੱਛਣ ਲਾ ਕੇ ਇਲੈਕਸ਼ਨ ਨਹੀਂ ਜਿੱਤਣੀ ਚਾਹੀਦੀ। ਇਹ ਬੜੀਆਂ ਚੀਪ ਹਰਕਤਾਂ ਹੁੰਦੀਆਂ ਨੇ, ਬੜੀਆਂ ਖੁੱਝੀਆਂ ਹੋਈਆਂ ਹਰਕਤਾਂ ਨੇ, ਡਿੱਗੀਆਂ ਹੋਈਆਂ ਹਰਕਤਾਂ ਨੇ ਕਿ ਆਪਾਂ ਲੱਛਣ ਲਾਉਂਦੇ ਹਾਂ ਕਿ ਫਲਾਣਾ ਇਨਵੋਲਡ ਆ, ਫਲਾਣਾ ਇਨਵੋਲਡ ਆ, ਫਲਾਣਾ ਇਨਵੋਲਡ ਆ। ਜਦ ਤੱਕ ਸਾਡੇ ਕੋਲ ਕੋਈ ਗਵਾਹੀ ਨਹੀਂ ਹੈਗੀ ਤਦ ਤੱਕ ਅਸੀਂ ਗੱਲ ਕਰਨਾ। ਇੱਕ ਪੋਲੀਟੀਕਲ ਸਟੇਟਮੈਂਟਸ ਹੁੰਦੀਆਂ ਨੇ, ਪੋਲੀਟੀਕਲ ਸਟੇਟਮੈਂਟਸ ਦਾ ਬਾਹਰ ਤਾਂ ਹੈ ਨਹੀਂਗਾ। ਆਪਾਂ ਇੰਡੀਆ 'ਚ ਰਹਿੰਦੇ ਹਾਂ, ਸਾਡਾ ਰਾਈਟ ਟੂ ਐਕਸਪ੍ਰੈਸ਼ਨ ਹੈਗਾ, ਰਾਈਟ ਟੂ ਸਪੀਚ ਹੈਗਾ। ਬਾਕੀ ਦੁਨੀਆ ਵਿੱਚ ਕਹਿੰਦੇ ਆ ਜੇ ਰਾਈਟ ਟੂ ਸਪੀਚ ਹੈਗਾ, ਨਾਲ ਉਹ ਕਰਟੇਲ ਕੀਤਾ ਜਾਂਦਾ ਕਿ ਤੁਸੀਂ ਸੈਂਸੀਬਲ ਗੱਲ ਕਰੋ। ਸਾਡੇ ਤਾਂ ਇੱਥੇ ਕੋਈ ਸੈਂਸੀਬਲ ਗੱਲ ਕਰਨ ਦੀ ਪੋਲੀਟੀਕਲ ਬੰਦਿਆਂ ਨੂੰ ਕੋਈ ਆਦਤ ਨਹੀਂ ਹੈਗੀ। ਘੁੰਮਣ ਸਾਹਿਬ, ਹੁਣ ਕਾਂਗਰਸ ਵੱਲੋਂ ਕਿਹਾ ਜਾ ਰਿਹਾ ਵੀ ਕੈਪਟਨ ਹੁਣ ਇਹਨਾਂ ਦੇ ਹੱਕ 'ਚ ਸਾਫ਼ ਭੁਗਤਦੇ ਨਜ਼ਰ ਆ ਰਹੇ ਵੀ। ਕੈਪਟਨ ਸਾਹਿਬ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਵੀ ਮੈਂ 4.5 ਸਾਲ ਰਿਹਾ ਸਰਕਾਰ ਦੇ ਵਿੱਚ, ਮੈਨੂੰ ਇਸ ਕੇਸ ਬਾਰੇ ਸਾਰੀ ਨੌਲੇਜ ਹੈ, ਮੈਂ ਸਾਰੀ ਰਿਪੋਰਟ ਪੜ੍ਹੀ ਹੋਈ ਹੈ, ਇਸ ਰਿਪੋਰਟ ਦੇ ਵਿੱਚ ਕੁਝ ਵੀ ਹੈ ਨਹੀਂ, ਬੇਤੁਕੀ FIR ਦਰਜ ਹੈ। ਨਹੀਂ, ਮੈਂ ਤਾਂ FIR ਪੜ੍ਹ ਕੇ ਗਿਆ ਤਾਂ ਕੁਝ ਨਹੀਂ ਹੈਗਾ ਰਿਪੋਰਟ ਦੇ ਵਿੱਚ। ਸਾਰੀ FIR ਦੇ ਵਿੱਚ ਮੈਨੂੰ ਇਹ ਦੱਸੋ ਕਿੱਥੇ ਲਿਖਿਆ ਕਿ ਬਿਕਰਮਜੀਤ ਸਿੰਘ ਮਜੀਠੀਆ ਇਨਵੋਲਡ ਹੈ? 47 ਪੇਜ ਦੀ FIR ਅਗਰ ਤੁਸੀਂ ਪੜ੍ਹੀ ਹੋਵੇ ਤਾਂ 47 ਪੇਜ ਮੈਂ ਤੁਹਾਨੂੰ ਦੇ ਦੇਣਾ। ਉਹ 'ਚ ਕਿੱਥੇ ਲਿਖਿਆ ਬਿਕਰਮਜੀਤ ਸਿੰਘ ਮਜੀਠੀਆ ਇਨਵੋਲਡ ਆ? ਉਹ ਤਾਂ ਇਹ ਲਿਖਿਆ ਕਿ 5 ਬੰਦੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੇ ਪੁੱਛ-ਗਿੱਛ 'ਚ ਦੱਸਿਆ ਕਿ ਬਿਕਰਮਜੀਤ ਸਿੰਘ ਮਜੀਠੀਆ ਨਾਲ ਜਾਣਦੇ ਹਾਂ ਅਸੀਂ। ਪਰ ਕਾਂਗਰਸ ਕਹਿ ਰਹੀ ਜੇ ਦੋਸ਼ੀ ਨਹੀਂ ਹੈਗੇ ਤਾਂ ਸਾਹਮਣੇ ਆਉਣ, ਸਿਲੰਡਰ ਕਰਨ, ਆਪਣੇ ਆਪ ਨੂੰ ਲੁਕੇ ਕਿਉਂ ਫਿਰਦੇ ਨੇ? ਛਾਪੇਮਾਰੀ ਕੀਤੀ ਜਾ ਰਹੀ ਹੈ, ਸਿੱਟ ਨਵੀਂ ਬਣਾਤੀ ਇੱਕ ਵਾਰ ਫਿਰ ਤੋਂ ਛਾਪੇਮਾਰੀ ਹੋ ਰਹੀ ਹੈ। ਮਜੀਠੀਆ ਸਾਹਿਬ ਮਿਲ ਨਹੀਂ ਰਹੇ, ਜਿੱਥੇ ਤੇ ਉਹਦੀ ਰਿਹਾਇਸ਼ ਹੈ, ਜਿੱਥੇ ਫਾਰਮ ਹਾਊਸ, ਉੱਥੇ 16 ਜਗ੍ਹਾ ਤੇ ਅੱਜ ਵੀ ਛਾਪੇਮਾਰੀ ਕੀਤੀ ਗਈ ਹੈ। ਮੈਂ 2 ਸਵਾਲ ਪੁੱਛੂੰਗਾ ਤੁਹਾਡੇ ਕੋਲੋਂ। ਇਹਦਾ ਮਤਲਬ ਅਗਰ ਆਪਾਂ ਕਿਸੇ ਦੇ ਖਿਲਾਫ ਕੰਪਲੇਂਟ ਦੇ ਦਈਏ, ਕਿਉਂਕਿ FIR ਕੰਪਲੇਂਟ ਹੁੰਦੀ ਹੈ, ਇਹ ਕੋਈ ਟਰਾਇਲ ਨਹੀਂ ਹੁੰਦਾ, ਟਰਾਇਲ ਤਾਂ ਕੋਰਟ ਨੇ ਕਰਨਾ, ਤਾਂ ਕਿਆ ਉਹ ਦੋਸ਼ੀ ਹੋ ਗਿਆ? ਉਹਨੂੰ ਮਤਲਬ ਪੁਲਿਸ ਕੋਲ ਜਾ ਕੇ ਪੇਸ਼ ਹੋਣਾ ਚਾਹੀਦਾ ਕਿ ਮੇਰਾ ਰਿਮਾਂਡ ਲੈ ਲਓ। ਇੱਦਾਂ ਤਾਂ ਫਿਰ ਚੰਨੀ ਸਾਹਿਬ ਦੇ ਉੱਤੇ ਮੀਟੂ ਦੇ ਰਿਲੇਸ਼ਨ ਸੀਗੇ ਕਿ IAS ਅਫਸਰ ਨੇ ਕਿਹਾ ਸੀਗਾ ਮੈਨੂੰ ਛੇੜਿਆ, 354 ਦਾ ਪਰਚਾ ਤਾਂ ਹੋਣਾ ਚਾਹੀਦਾ ਸੀਗਾ, ABCD ਦਾ। ਫਿਰ ਚੰਨੀ ਸਾਹਿਬ ਜਿਹੜੇ ਹੈਗੇ ਮੰਤਰੀ ਹੋਣ ਦੇ ਨਾਤੇ ਅਰੈਸਟ ਕਰਨੀ ਚਾਹੀਦੀ ਸੀਗੀ ਪੁਲਿਸ ਨੂੰ। ਇੱਦਾਂ ਦਾ ਸਿੱਧੂ ਸਾਹਿਬ ਨੇ ਦੀਵਾਲੀ ਦੇ ਉੱਤੇ ਇੰਨੇ ਬੰਦੇ ਮਰਵਾ ਤੇ ਰੇਲਵੇ ਟਰੈਕ ਦੇ ਉੱਤੇ, ਉਸ ਤੋਂ ਬਾਅਦ ਹੂਚ ਹੋਇਆ, ਹਜ਼ਾਰਾਂ ਦੀ ਗਿਣਤੀ 'ਚ, 100ਵਾਂ ਦੀ ਗਿਣਤੀ 'ਚ ਜਾਲੀ ਦਾਰੂ ਪੀ ਕੇ ਸਿੱਧੂ ਸਾਹਿਬ ਦੀ ਕੌਂਸਟੀਟੂਐਂਸੀ ਬੰਦੇ ਮਰ ਗਏ ਸੀਗੇ। ਉਹਦੇ ਵਾਸਤੇ ਵੀ ਅਕਾਲੀ ਦਲ ਨੇ ਕਿਹਾ ਸੀਗਾ ਕਿ ਪਰਚਾ ਦਰਜ ਕਰੋ ਸਿੱਧੂ ਸਾਹਿਬ 'ਤੇ। 125 ਮੌਤਾਂ ਹੋਈਆਂ ਸੀ। ਮੈਂ ਤਾਂ ਸਿੰਪਲ ਗੱਲ ਕਰਦਾ, ਫਿਰ ਸਿੱਧੂ ਸਾਹਿਬ ਨੇ ਕਿਉਂ ਨਹੀਂ ਸਰੈਂਡਰ ਕੀਤਾ ਉੱਥੇ? ਫਿਰ ਚੰਨੀ ਸਾਹਿਬ ਨੇ ਕਿਉਂ ਨਹੀਂ ਸਰੈਂਡਰ ਕੀਤਾ? ਹੁਣ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਇੰਨੇ ਧਰਨੇਬਾਜ਼ੀ ਲੱਗ ਗਈ। ਇੱਕ ਉਹ ਸਰਦਾਰ ਸਾਹਿਬ ਦੇ ਦਾਖੇ ਦੇ 'ਚ ਵਾਲ ਜਿਹੜੇ ਖੋਲ੍ਹ ਕੇ ਉਹਨੂੰ ਕੁੱਟਿਆ ਮਾਰਿਆ ਗਿਆ, 295 ਨਹੀਂ ਸੀ ਲੱਗਦੀ? ਜਿਹੜਾ ਸਰਕਾਰ 'ਚ ਬੈਠਾ ਉਹ ਤਾਂ ਆਪਣੇ 'ਤੇ ਪਰਚਾ ਦਰਜ ਕਰਾ ਕੇ ਰਾਜੀ ਨਹੀਂ ਗਾ। ਅੱਜ ਮੈਂ ਕੋਈ ਗੱਲ ਕਰਦਾ ਪਿਆ ਸੀ, ਮੇਰੇ ਕੋਲ ਬੈਠਾ ਬੰਦਾ ਕਹਿੰਦਾ ਜੀ 16,000 ਕਰੋੜ ਦਾ ਕੋਈ ED ਦਾ ਭਾਰਤ ਭੂਸ਼ਣ ਆਸ਼ੂ ਦਾ ਕੋਈ ਰੌਲਾ ਹੈਗਾ ਵਾ। ਮੈਂ ਤਾਂ ਡਰ ਲੱਗਣ ਲੱਗ ਪਿਆ ਏਡੀ ਵੱਡੀ ਅਮਾਊਂਟ ਸੁਣ ਕੇ ਵੀ। ਕਿਆ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਆ ਕੇ ਸਬਮਿਟ ਕਰਨਾ ਚਾਹੀਦਾ? ਇੱਥੇ ਇੱਕ ਬਿਲਡਿੰਗ ਦਾ ਰੌਲਾ ਸੀਗਾ, ਜੇ ਸਿੱਖੋਂ ਕੋਈ DSP ਹੈਗਾ ਵਾ, ਉਹਦਾ ਬੜਾ ਰੌਲਾ ਪਾ ਕੇ ਰੱਖਿਆ। ਫਿਰ ਇੱਥੇ ਇੱਕ ਦੋ ਜਨਾਨੀਆਂ ਰੌਲਾ ਪਾਇਆ। ਫਿਰ ਆ ਬੈਂਸ ਸਾਹਿਬ ਨੇ ਜਿਹੜੇ ਕਾਂਗਰਸ ਨਾਲ ਰਲਦੇ ਫਿਰਦੇ ਆ, ਬੈਂਸ ਸਾਹਿਬ ਦੇ ਉੱਤੇ ਰੇਪ ਦਾ ਕੰਪਲੇਂਟ ਆ ਗਈ। ਕਿਆ ਬੈਂਸ ਸਾਹਿਬ ਪੁਲਿਸ ਵਿੱਚ ਜਾ ਕੇ ਕਹਿ ਤਾਂ ਮੈਨੂੰ ਫੜ ਲਓ, ਅਰੈਸਟ ਕਰ ਲਓ? ਇੰਨੀ ਸੀਰੀਅਸ ਆਪਣੇ ਆਪ ਤੋਂ ਕੋਈ ਵੀ ਨਹੀਂ ਸਿਲੰਡਰ ਹੁੰਦਾ। ਆਖਰੀ ਸਵਾਲ ਹੈ ਘੁੰਮਣ ਸਾਹਿਬ ਮੇਰਾ, ਸਿਲੰਡਰ ਦੀ ਗੱਲ ਨਹੀਂ ਮੈਂ ਕਹਿ ਰਿਹਾ, ਮੈਂ ਗੱਲ ਇਨਸਾਫ ਦੀ ਕਰ ਰਿਹਾ, ਮੈਂ ਗੱਲ ਪ੍ਰੋਸੀਜਰ ਦੀ ਕਰ ਰਿਹਾ। ਪੁਲਿਸ ਜਿਹੜੀ ਹੈਗੀ ਹੈ ਉਹਨੂੰ ਤੁਸੀਂ ਇੱਕ ਪ੍ਰਾਈਵੇਟ ਲਿਮਟਿਡ ਫਰਮ ਵਾਂਗੂ ਕੰਮ ਨਾ ਕਰਾਓ। ਪੁਲਿਸਿੰਗ ਦਾ ਕੰਮ ਹੈ ਲਾਅ ਐਂਡ ਆਰਡਰ। ਮੈਂ ਤੁਹਾਨੂੰ ਪਹਿਲੇ ਕਿਹਾ ਪੁਲਿਸ ਦੇ ਕੋਲ ਡਿਊਟੀਜ਼ ਹੈਗੀਆਂ ਨੇ, ਰਾਈਟਸ ਨਹੀਂ ਹੈਗੇ। ਪਬਲਿਕ ਕੋਲ ਰਾਈਟਸ ਹੈਗੇ ਆ, ਪਰ ਇੱਕ ਪੋਲੀਟੀਕਲ ਸਿਸਟਮ ਨੇ ਸਾਡੀ ਪੁਲਿਸ ਇੰਨੀ ਖਰਾਬ ਕਰਤੀ ਹੈ, ਹੁਣ ਆ ਪਿੱਛੇ ਜੇ ਇੰਨੀ ਜ਼ਿਆਦਾ ਖਰਾਬ ਕਰ ਦਿੱਤੀ ਹੈਗੀ ਹੈ ਕਿ ਇਹਨਾਂ ਨੇ ਪੁਲਿਸ ਨੂੰ ਰਾਈਟਸ ਵੀ ਦੇਤੇ ਤੇ ਨਾਲ ਡਿਊਟੀਜ਼ ਦਾ ਵਰਡ ਕੱਢ ਹੀ ਦਿੱਤਾ। ਨਵਜੋਤ ਸਿੰਘ ਸਿੱਧੂ ਕਹਿ ਰਹੇ ਪੁਲਿਸ ਨੂੰ ਅਸਲ 'ਚ ਫਰੀडम ਮਿਲੀ ਹੀ ਹੋਣਾ, ਪਹਿਲਾਂ ਦਬਾਅ ਬਹੁਤ ਸੀ, ਪ੍ਰੈਸ਼ਰ ਬਹੁਤ ਸੀ, ਤਾਂ ਕਰਕੇ ਜਿਹੜੀ ਕਿ ਪੁਲਿਸ ਹੈ ਕਾਰਵਾਈ ਨਹੀਂ ਕਰ ਪਾਈ। ਨਵਜੋਤ ਸਿੰਘ ਸਿੱਧੂ ਜਦੋਂ BJP ਸੀਗੇ
ਉਦੋਂ ਸੋਨੀਆ ਨੂੰ ਕਹਿੰਦੇ ਸੀ ਪਤਾ ਨਹੀਂ ਕਿਹੜੀ ਨੱਚਦੀ ਵਾਲੀ ਕਹਿੰਦੇ ਸੀਗੇ, ਜਦੋਂ ਕਾਂਗਰਸ 'ਚ ਆ ਗਏ ਉਦੋਂ ਮੋਦੀ ਸਾਹਿਬ ਨੂੰ ਕੋਈ ਕਹਿਣ ਲੱਗ ਪਏ, ਜਦੋਂ ਅਕਾਲੀ ਦਲ ਦੇ ਨਾਲ ਸੀਗੇ ਉਦੋਂ ਉਦੋਂ ਇੱਥੋਂ ਦੇ ਉਦੋਂ ਕੈਪਟਨ ਸਾਹਿਬ ਨੂੰ ਬਹੁਤ ਕਹਿੰਦੇ ਸੀਗੇ, ਜਦੋਂ ਇੱਧਰ ਚਲੇ ਗਏ ਉਦੋਂ ਬਾਦਲ ਸਾਹਿਬ ਨੂੰ ਗਾਲਾਂ ਕੱਢਣ ਲੱਗ ਪਏ। ਸੋ ਸਿੱਧੂ ਸਾਹਿਬ ਦੀ ਮੈਂ ਕਿਹੜੀ ਸਟੇਟਮੈਂਟ ਮੰਨਾਂ, ਮੈਨੂੰ ਨਹੀਂ ਸਮਝ ਆਉਂਦਾ ਕਿ ਸਿੱਧੂ ਇਜ਼ ਨਾਟ ਐਨ ਅਥਾਰਟੀ। ਸਿੱਧੂ ਸਾਹਿਬ ਇਜ਼ ਨਾਟ ਐਨ ਅਥਾਰਟੀ। ਅਥਾਰਟੀ ਲਾਅ ਹੈ, ਕਾਨੂੰਨ ਹੈ। ਮੈਂ ਤਾਂ ਉਹ ਗੱਲ ਕਰੂੰ ਕਾਨੂੰਨ ਕੀ ਕਹਿੰਦਾ। ਉਹ ਪੋਲੀਟੀਕਲ ਸਟੇਟਮੈਂਟਾਂ ਦਿੰਦੇ, ਉਹਨਾਂ ਦੀ ਮਰਜ਼ੀ ਹੈ, ਦੇਈ ਜਾਣ। ਉਹ ਕਹਿਣ ਜੀ ਮਾੜਾ ਵੈ, ਚੰਗਾ ਵੈ, ਇਹ ਹੈ ਉਹ ਹੈ। ਉਹਨਾਂ ਨੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਕਹਿ ਦਿੱਤਾ ਸੀਗਾ ਜੀ ਇਹਦਾ ਇਨਵੋਲਡ ਹੈ, ਹਾਈ ਕੋਰਟ ਨੇ ਜਾ ਕੇ ਉਹ ਚੱਕ ਕੇ ਕੁਐਸ਼ ਕਰਕੇ ਉਹ ਮਾਰਿਆ, ਕਹਿੰਦਾ ਜੀ ਇਹਨਾਂ ਦੇ ਖਿਲਾਫ ਤੁਸੀਂ ਇਨਕੁਆਇਰੀ ਨਹੀਂ ਕਰ ਸਕਦੇ, ਗਲਤ ਹੋਈ ਹੈ। ਸੁਪਰੀਮ ਕੋਰਟ ਗਏ, ਉੱਥੇ ਵੀ ਡਿਸਮਿਸ ਹੋ ਗਈ। ਆਪਣਾ ਹੋਰ ਵੀ ਇੱਦਾਂ ਦੇ ਕਈ ਕੇਸਿਸ ਜਿੰਨੇ ਲੀਗਲ ਇਹਨਾਂ ਨੇ ਕੰਮ ਕੀਤਾ ਸੀਗਾ, ਇਲੀਗਲ ਕੰਮ ਕੀਤਾ, ਉਹਦੇ ਕੋਰਟ ਨੇ ਉਹਨਾਂ ਨੂੰ ਸਾਰੇ ਰਾਹਤ ਦਿੱਤੀ ਹੈਗੀ ਹੈ। ਗੱਲ ਇਹ ਹੈ ਕਿ ਜਦੋਂ ਆਪਾਂ ਗੱਲ ਕਰਦੇ ਹੈਗੇ ਹਾਂ, ਇੱਕ ਅਸੀਂ ਇਸ ਲੈਵਲ 'ਤੇ ਪਹੁੰਚੇ ਹਾਂ ਸਿੱਧੂ ਸਾਹਿਬ, ਜਿੱਥੇ ਕਿ ਲੋਕ ਤੁਹਾਡੇ ਵੱਲ ਦੇਖਦੇ ਆ ਕਿ ਤੁਸੀਂ ਪੰਜਾਬ ਚਲਾਉਣਾ, ਤੁਸੀਂ ਹਿੰਦੁਸਤਾਨ ਚਲਾਉਣਾ। ਲੇਕਿਨ ਜਿਹੜੀਆਂ ਸਿੱਧੂ ਸਾਹਿਬ ਦੀਆਂ ਸਟੇਟਮੈਂਟਾਂ ਹੁੰਦੀਆਂ ਨੇ, ਉੱਥੋਂ ਤਾਂ ਐਂ ਲੱਗਦਾ ਵਾ ਮਹੱਲੇ ਲੋਕ ਆਮ ਕਹਿੰਦੇ ਜੀ ਤਾਂ ਮਹੱਲਾ ਚਲਾਉਣ ਦੀ ਗੱਲ ਨਹੀਂ, ਘਰ ਨਹੀਂ ਚਲਾ ਸਕਦੇ ਤਾਂ ਮਹੱਲਾ ਕੀ ਚਲਾਉਣਾ। ਸੋ ਖੋਛੀਆਂ ਹਰਕਤਾਂ, ਛੋਟੀਆਂ ਸਟੇਟਮੈਂਟਸ, ਇਹ ਜ਼ਰੂਰ ਥੋੜ੍ਹੇ ਟਾਈਮ ਵਾਸਤੇ ਲੋਕਾਂ ਨੂੰ ਲੁਭਾ ਸਕਦੀਆਂ ਹੈਗੀਆਂ, ਜਿਹੜੇ ਬੰਦੇ ਥੋੜ੍ਹਾ ਜਿਹਾ ਮਿਰਚ ਮਸਾਲਾ ਲਾਈਕ ਕਰਦੇ ਆ। ਘੁੰਮਣ ਸਾਹਿਬ, ਪੰਜਾਬ ਦੇ ਵਿੱਚ ਇਲੈਕਸ਼ਨ ਨੂੰ ਕੁਝ ਹੀ ਸਮਾਂ ਬਚਿਆ, ਕੋਡ ਆਫ ਕੰਡਕਟ ਲੱਗਣ ਵਾਲਾ ਮੈਂ 10 ਤੋਂ 15 ਦਿਨ ਦੇ ਵਿੱਚ। ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਪਣੇ ਪੈਰ ਲਗਾਤਾਰ ਪਸਾਰ ਰਹੀ ਹੈ, ਉੱਭਰ ਕੇ ਬਾਹਰ ਆ ਰਹੀ ਹੈ। ਉਹਨਾਂ ਦੇ ਕਨਵੀਨਰ ਨੇ ਰਾਘਵ ਚੱਡਾ ਜੀ, ਉਹ ਕਹਿੰਦੇ ਨੇ ਵੀ ਮੈਂ ਕੁਝ ਦਿਨ ਪਹਿਲਾਂ ਹੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਵੀ ਚੰਨੀ ਅਤੇ ਅਕਾਲੀਆਂ ਦੀ ਬੰਦ ਕਮਰੇ ਦੇ ਵਿੱਚ ਮੀਟਿੰਗ ਹੋਈ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵੱਡੇ ਆਗੂ ਤੇ ਪਰਚਾ ਦਰਜ ਹੋਊਗਾ, ਤੇ ਹੋਊਗਾ ਵੀ ਕਾਰਵਾਈ ਵੀ ਬਿਲਕੁਲ ਨਹੀਂ ਹੋਊਗੀ, ਖਾਨਾ ਪੂਰਤੀ ਹੋਊਗੀ। ਇੱਕ ਪਾਸੇ ਤੁਸੀਂ ਕਹਿੰਦੇ ਲੁੱਕ ਆਊਟ ਨੋਟਿਸ ਹੋ ਗਿਆ, ਪਰਚਾ ਦਰਜ ਹੋ ਗਿਆ, ਦੂਜੇ ਪਾਸੇ ਰਾਘਵ ਚੱਡਾ ਕਹਿ ਰਹੇ ਨੇ ਜੀ। ਮੈਂ ਤੁਹਾਡੀ ਗੱਲ ਆ, ਦੂਜੇ ਪਾਸੇ ਰਾਘਵ ਚੱਡਾ ਜੀ ਕਹਿੰਦੇ ਆ ਕਿ ਕਿਹੜਾ ਪੋਲੀਟੀਕਲ ਬੰਦਾ ਆਪਣੇ ਆਪ 'ਤੇ ਐਫ ਆਈ ਆਰ ਕਰਾਊਗਾ, ਕਿਹੜਾ ਕਹੂਗਾ ਕਿ ਮੈਨੂੰ ਐਫ ਆਈ ਆਰ ਰਜਿਸਟਰ ਕਰਾਓ। ਪਹਿਲੇ ਕੈਪਟਨ ਦੀ ਤੇ ਬਾਦਲ ਸਾਹਿਬ ਦੀ ਜਿਹੜੀ ਹੈਗੀ ਹੈ ਬੰਦ ਕਮਰਾ ਮੀਟਿੰਗ ਹੁੰਦੀ ਸੀਗੀ, ਹੁਣ ਚੰਨੀ ਦੀ ਹੋ ਗਈ ਹੈ, ਕੱਲ੍ਹ ਕੋਈ ਹੋਰ ਆਊਗਾ ਉਹਨਾਂ ਦੇ ਨਾਲ ਹੋ ਜੂਗੀ। ਇਹਨਾਂ ਵਿੱਚ ਕਾਮਨ ਫੈਕਟਰ ਕੀ ਹੋਇਆ? ਕਾਮਨ ਫੈਕਟਰ ਤਾਂ ਸੁਖਬੀਰ ਸਿੰਘ ਬਾਦਲ ਰਹਿ ਗਏ। ਇਹ ਸਾਰੀਆਂ ਪਾਰਟੀਆਂ ਬਾਦਲ ਸਾਹਿਬ ਨੂੰ ਕਿਉਂ ਟਾਰਗੇਟ ਕਰਦੀਆਂ, ਮੈਨੂੰ ਸਮਝ ਨਹੀਂ ਲੱਗਿਆ। ਚਾਹੇ ਉਹ ਕਾਂਗਰਸ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਜਿਹੜੇ ਬੰਦਿਆਂ ਦਾ ਸਾਰਾ ਜੀਵਨ ਸਿਆਸੀ ਹੈ ਰਿਹਾ ਹੈ। ਇਹਦਾ ਜਵਾਬ ਤਾਂ ਤੁਸੀਂ ਉਹ ਦੇ ਸਕਦੇ ਹੋ ਨਾ ਵੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਅਕਾਲੀ ਦਲ ਨੂੰ। ਟਾਰਗੇਟ ਤਾਂ ਉਹ ਦੱਸੋ ਜਿਹੜੇ ਟਾਰਗੇਟ ਕਰ ਰਹੇ ਆ, ਮੈਂ ਥੋੜ੍ਹਾ ਦੱਸ ਸਕਦਾ। ਮੈਨੂੰ ਤਾਂ ਕੋਈ ਟਾਰਗੇਟ ਕਰੂਗਾ, ਅਸੀਂ ਤਾਂ ਚਿੱਟੀ ਕਮੀਜ਼ ਪਾ ਕੇ ਆਏ ਹਾਂ, ਚਿੱਟੀ ਲੈ ਕੇ ਜਾਣੀ ਹੈ। ਜਿਹੜਾ ਬੰਦਾ ਸ਼ਾਹੀ ਸੁੱਟਣ ਦੀ ਕੋਸ਼ਿਸ਼ ਕਰਦਾ, ਉਹ ਦੱਸੋ ਮੈਂ ਸ਼ਾਹੀ ਕਿਉਂ ਸੁੱਟਦਾ। ਟਾਰਗੇਟ ਕਰਨ ਦਾ ਮੇਜਰ ਰੀਜ਼ਨ ਡਰ ਲੱਗਦਾ ਉਹਨਾਂ ਨੂੰ ਅਕਾਲੀ ਦਲ ਤੋਂ। ਹੁਣ ਤਾਂ ਨਵੀਂ ਗੱਲ ਆ ਗਈ, ਕਹਿੰਦੇ ਜੇ ਅਕਾਲੀ ਦਲ ਤੇ ਬੀਜੇਪੀ ਇਕੱਠੇ ਹੋਣਗੇ, ਆਪਣੇ ਆਪ ਹੀ ਕਿਆਸਾਂ ਲਾਈ ਜਾਂਦੇ, ਆਪੇ ਆਪ ਹੀ ਸਿਆਸਤ ਕਰੀ ਜਾਂਦੇ, ਆਪਣੇ ਆਪ ਹੀ ਸਾਰੇ ਕੰਮ ਕਰੀ ਜਾਂਦੇ। ਮੈਨੂੰ ਨਹੀਂ ਸਮਝ ਆਉਂਦਾ ਇਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ। ਮੈਂ ਸੱਚੀ ਗੱਲ ਦੱਸਾਂ, ਮੈਂ ਤਾਂ ਆਪ ਕਈ ਵਾਰ ਸੋਚਦਾ ਹੁੰਦਾ ਕਿ ਪੋਲੀਟੀਕਲ ਸਿਸਟਮ ਦੇ ਵਿੱਚ ਜੋ ਇਹਨਾਂ ਨੇ ਔਰਾ ਬਣਾਤਾ, ਕਿਆ ਸਾਡੀ ਅਗਲੀ ਜਨਰੇਸ਼ਨ ਜਿਹੜੀ ਹੈਗੀ ਆ ਇਸ ਸਿਸਟਮ ਦੇ ਵਿੱਚ ਪੰਜਾਬ 'ਚ ਰਹਿ ਕੇ ਰਾਜੀ ਹੈ? ਕਿਆ ਉਹ ਪੋਲੀਟੀਕਲ ਸਿਸਟਮ 'ਤੇ ਵਿਸ਼ਵਾਸ ਕਰਕੇ ਰਾਜੀ ਹੈਗੀ ਹੈ? ਕਿਆ ਇਹ ਪੋਲੀਟੀਕਲ ਸਿਸਟਮ ਜਿਹੜਾ ਹੈਗਾ ਵਾ ਇੰਨਾ ਕੁ ਗਿਰ ਗਿਆ ਹੈਗਾ, ਇੰਨਾ ਕੁ ਇਹ 'ਚ ਨਿਗਾਰ ਆ ਗਿਆ ਕਿ ਇਹਦੇ ਵਿੱਚ ਕੋਈ ਵੜਨ ਨੂੰ ਨਵੀਂ ਜਨਰੇਸ਼ਨ ਤਿਆਰ ਨਹੀਂ ਹੈਗੀ। ਇਹ ਕਿਉਂ ਹੋਇਆ? ਤੁਸੀਂ ਕਦੇ ਰੀਜ਼ਨ ਕਰੋ ਕਿਉਂ ਹੋਇਆ। ਪ੍ਰੈਸ ਦੀ ਇੱਕ ਡਿਊਟੀ ਬਣਦੀ ਹੈ ਪਤਾ ਕਰਨ ਲਈ ਕਿਉਂ ਹੋਇਆ। ਪਤਾ ਹੋਇਆ ਲੱਗਿਆ ਇੱਦਾਂ ਦੀ ਸਟੇਟਮੈਂਟਸ ਕਰਕੇ। ਲੋਕੀ ਪੋਲੀਟੀਕਲ ਲੀਡਰ ਵੱਲ ਦੇਖਦੇ ਆ ਉੱਪਰ ਦੇਖ ਕੇ ਕਿ ਅਸੀਂ ਇਹਨੂੰ ਫੋਲੋ ਕਰਾਂਗੇ। ਅੱਜ ਦੀ ਡੇਟ ਨਵੀਂ ਜਨਰੇਸ਼ਨ ਨੂੰ ਕਹੋ ਕਿ ਭਾਈ ਇਹਨੂੰ ਦੇਖੇ, ਉਹ ਕਹਿੰਦੇ ਪਿੱਠ ਕਰਕੇ ਨਿਕਲ ਜਾਓ, ਕਹਿੰਦਾ ਅਸੀਂ ਇਹਨਾਂ ਨੂੰ ਦੇਖਣੇ। ਕਹਿੰਦੇ ਤਾਂ ਗੁੱਡੇ ਨੇ ਸਾਰੇ, ਇਹਨਾਂ ਦੇ ਕਹਿੰਦੇ ਲੈਂਗੁਏਜ 'ਤੇ ਕੰਟਰੋਲ ਨਹੀਂ ਹੈਗਾ, ਇਹਨਾਂ ਦੇ ਬੋਲੀ 'ਤੇ ਕੰਟਰੋਲ ਨਹੀਂ ਹੈਗਾ, ਇਹਨਾਂ ਨੂੰ ਇਹ ਨਹੀਂ ਪਤਾ ਸੀ ਕੀ ਕਹਿ ਰਹੇ ਹਾਂ ਕੀ ਨਹੀਂ ਕਰ ਰਹੇ। ਨਵੀਂ ਪੀੜ੍ਹੀ ਤਾਂ ਸਾਰੀ ਪੰਜਾਬ ਛੱਡ ਕੇ ਬਾਹਰ ਜਾ ਰਹੀ ਹੈ ਸਿਰਫ ਇਸ ਵਜ੍ਹਾ ਕਰਕੇ ਕਿ ਇਹਨੇ ਹਾਈਪਰ ਹੋ ਕੇ ਸਟੇਟਮੈਂਟ ਦਿੰਦੇ ਹੈਗੇ ਆਪਣੇ ਪੋਲੀਟੀਕਲ ਬੈਨੀਫਿਟਸ ਵਾਸਤੇ। ਭੁੱਲ ਗਏ ਕਿ ਸਾਡਾ ਸੋਸ਼ਲ ਸਟਰਕਚਰ ਕੀ ਹੈ, ਭੁੱਲ ਗਏ ਕਿ ਸਾਡਾ ਭਾਈਚਾਰਾ ਕੀ ਹੈ, ਭੁੱਲ ਗਏ ਕਿ ਇੱਥੇ ਧੀਆਂ ਭੈਣਾਂ ਹੈਗੀਆਂ ਨੇ, ਭੁੱਲ ਗਏ ਕਿ ਸਾਡਾ ਜਿਹੜਾ ਆਵਾਜ਼ ਨੂੰ, ਮੀਡੀਆ ਦੀ ਆਵਾਜ਼ ਨੂੰ ਉਹ ਧੀਆਂ ਭੈਣਾਂ ਬੱਚੇ ਦੇਖਦੇ ਹੈਗੇ ਹੈ। ਔਰ ਕਿਆ ਸਾਡੇ ਬੱਚੇ ਇਹੀ ਚੀਜ਼ਾਂ ਫੋਲੋ ਕਰਨਗੇ? ਘੁੰਮਣ ਸਾਹਿਬ, ਕੀ ਲੱਗਦਾ, ਹੁਣ ਆਖਰੀ ਸਵਾਲ ਹੈ ਮੇਰਾ, ਹੁਣ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਮਾਨਤ ਹੋਊਗੀ, FIR ਰੱਦ ਹੋਊਗੀ ਜਾਂ ਫਿਰ ਗ੍ਰਿਫਤਾਰੀ ਹੋਊਗੀ ਵਿਕਰਮ ਮਜੀਠੀਆ ਦੀ? ਇਹ ਸਰਕਾਰ ਦੱਸ ਸਕਦੀ ਹੈ। ਅਸੀਂ ਤਾਂ ਆਪਣੇ ਲੀਗਲ ਜੋ ਸਾਡਾ ਰਾਈਟ ਹੈਗਾ ਅਵੇਲ ਕਰਾਂਗੇ। ਸਾਡੀ ਪਾਰਟੀ ਜੋ ਲੀਗਲ ਰਾਈਟ ਆ ਅਵੇਲ ਕਰੂਗੀ। ਅਸੀਂ ਇਹਨਾਂ ਦੇ ਵੀ ਕੈਨੋਟ ਕੰਟਰੋਲ ਦੀ ਗਵਰਨਮੈਂਟ ਵਿਚ ਇਜ਼ ਪਾਵਰ। ਕੋਰਟ ਵੱਲੋਂ ਬੇਲ ਮਿਲ ਜੂਗੀ? ਦੇਖੋ ਕੋਰਟ ਦਾ ਕੀ ਓਪੀਨੀਅਨ ਹੈਗਾ ਕੋਰਟ ਦੱਸ ਸਕਦੇ, ਲੇਕਿਨ ਮੈਂ ਅਗਰ ਜਸਟੀਫਾਈ ਕਰ ਸਕਾਂ ਗੱਲ ਨੂੰ, ਮੇਰੇ ਅਕੋਰਡਿੰਗ ਇਹ FIR ਮੇਨਟੇਨੇਬਲ ਨਹੀਂ ਹੈਗੀ। ਇਹ FIR ਜਿਹੜੀ ਹੈਗੀ ਬਣਦੀ ਨਹੀਂ ਹੈਗੀ। FIR ਦੇ ਵਿੱਚ ਕਿਸੇ ਵੀ ਪਾਸਿਓਂ
ਇਹ FIR ਨਹੀਂ ਆ। ਨਾਲੇ ਮੋਰ ਓਵਰ ਤੁਸੀਂ FIR ਦੇ ਵਿੱਚ ਵਰਡ ਪੜ੍ਹੋ, ਉਹਦੇ ਵਿੱਚ ਲਿਖਿਆ ਹੋਇਆ ਫਰਦਰ ਇਨਵੈਸਟੀਗੇਸ਼ਨ ਹੀ। ਇਹਨਾਂ ਨੇ FIR ਰਜਿਸਟਰ ਕਰਨ ਤੋਂ ਇਨਵੈਸਟੀਗੇਸ਼ਨ ਕਰਨੀ ਸੀਗੀ, ਇਨਵੈਸਟੀਗੇਸ਼ਨ ਕਰਕੇ ਫਿਰ ਗੱਲ ਕਰਦੇ, ਫਿਰ ਕੋਰਟ ਜਾਂਦੇ। ਇਹਨਾਂ ਨੇ ਸਿੱਧੀ FIR ਕਰਕੇ ਲੁਕਆਊਟ ਨੋਟਿਸ ਦੇ ਦਿੱਤਾ। ਮੈਲਾਫਾਈਡੀ ਬੰਦੇ ਦੀ ਜਿਹੜੀ ਹੈਗੀ ਉਹ ਤਾਂ ਸਾਫ਼ ਦਿਖਦੀ ਪਈ ਹੈ ਕਿ ਅੱਜ ਅਸੀਂ ਕੱਲ੍ਹ FIR ਰਜਿਸਟਰ ਕੀਤੀ, ਅੱਜ ਲੁਕਆਊਟ ਨੋਟਿਸ ਦੇ ਦਿੱਤਾ। ਲੁਕਆਊਟ ਨੋਟਿਸ ਕਿੱਥੇ ਦਿੰਦੇ ਆ? ਚੈੱਕ ਕਰੋ, ਕਦੀ ਪੁਲਿਸ ਦੇ ਡਾਕੂਮੈਂਟ ਸਾਰੇ ਚੈੱਕ ਕਰੋ ਕਿ ਲੁਕਆਊਟ ਨੋਟਿਸ ਦੇਣ ਦੀ ਲੋੜ ਕਦੋਂ ਪੈਂਦੀ ਹੈ। ਸੋ ਇਹ ਸਨ ਅਕਾਲੀ ਦਲ ਦੇ ਲੀਗਲ ਸੈੱਲ ਦੇ ਨੈਸ਼ਨਲ ਪ੍ਰੈਜ਼ੀਡੈਂਟ ਪਰਵਕਾਰ ਘੁੰਮਲ ਜੀ, ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ FIR ਹੈ ਬਿਲਕੁਲ ਬੇਤੁਕੇ ਤਰੀਕੇ ਦੇ ਨਾਲ ਜਿਹੜੀ ਕਿ ਬਿਕਰਮਜੀਤ ਮਜੀਠੀਆ ਉੱਤੇ ਜਿਹੜੀ ਕਿ ਦਰਜ ਹੈ ਉਹ ਕੀਤੀ ਗਈ ਹੈ। ਸਿਰਫ ਇਲੈਕਸ਼ਨ ਦਾ ਜਿਹੜਾ ਕਿ ਲਾਹਾ ਉਹ ਜ਼ਰੂਰ ਲਿਆ ਜਾਣਾ, ਪਰ ਕਾਂਗਰਸ ਦੇ ਵੱਲੋਂ ਹੁਣ ਬਿਕਰਮ ਮਜੀਠੀਆ ਉੱਤੇ FIR ਦਰਜ ਕਰ ਲਈ ਗਈ ਹੈ। ਪਰ ਹੁਣ ਦੇਖਣਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਕਿ ਜਿਹੜੀ ਕਿ FIR ਹੈ ਕਿੰਨੀ ਲਾਹੇਵੰਦ ਸਾਬਤ ਹੁੰਦੀ ਹੈ ਜਾਂ ਫਿਰ ਕਿੰਨੀ ਕੁ ਉਹਨਾਂ ਨੂੰ ਨੁਕਸਾਨਦੇਹ ਪਹੁੰਚੇਗੀ। ਹੈ ਤਾਂ ਹੁਣ ਇਲੈਕਸ਼ਨਾਂ ਤੋਂ ਬਾਅਦ ਪੰਜਾਬ ਦੇ ਲੋਕ ਹੀ ਦੱਸਣਗੇ ਕਿਸ ਨੂੰ ਆਪਣਾ ਮਤਦਾਨ ਕਰਦੇ ਨੇ ਤੇ ਕਿਸ ਦੀ ਸਰਕਾਰ ਬਣਾਉਂਦੇ ਨੇ। ਕੈਮਰਾ ਪਰਸਨ ਪਵਨ ਦੇ ਨਾਲ ਹਿੰਮਤ ਸਿੰਘ ਦੀਪਾਲ, ਦੈਨਿਕ ਸਵੇਰਾ, ਲੁਧਿਆਣਾ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश ਅਤੇ ਮਾयूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण ਅਤੇ ਮੁੱਠ ਕਰਨੀ, लव मैरिज, सौतन ਅਤੇ दुश्मन तो छुटकारा, पक्का काम पक्का हल, 101% ਦੀ गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ ਜਾਂ तुड़वाओ, रुस्से ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।